ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਡਾਕਟਰ ਪ੍ਰੋਫੈਸਰ ਅਮਰਜੀਤ ਭੁੱਲਰ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਅੱਛਾ, ਆਪਾਂ ਵੈਸੇ ਗੱਲ ਤਾਂ ਅੱਜ ਜਿਹੜਾ ਮੇਨ ਟੌਪਿਕ ਹੈ ਜਿਹੜਾ ਆਪਾਂ ਐਕਸਪਲੋਰ ਕਰਨਾ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਅੱਜ ਸਵੇਰੇ ਸਾਰ ਜਨਵਰੀ ਮਹੀਨੇ ਦੇ ਇਨਫਲੇਸ਼ਨ ਦੇ ਅੰਕੜੇ ਵੀ ਆਏ ਨੇ ਡਾਕਟਰ ਸਾਹਿਬ। ਜਿਵੇਂ ਮਹਿੰਗਾਈ ਦੀ ਦਰ ਕਿੱਥੇ ਕੁ ਪਹੁੰਚੀ ਜਨਵਰੀ 'ਚ? ਫਿਰ ਜਨਵਰੀ ਦੇ ਵਿੱਚ ਮਹਿੰਗਾਈ ਦੀ ਦਰ 1% ਰਹੀ ਹੈ। ਅੱਛਾ ਜੀ। ਜੇ ਇਹਦੇ ਵਿੱਚ ਇੱਕ ਕੋਰ ਇਨਫਲੇਸ਼ਨ ਹੁੰਦਾ ਹੈਗਾ, ਜਿਹਦੇ ਵਿੱਚ ਕਿਉਂਕਿ ਇੱਕ ਚੀਜ਼ਾਂ ਬਹੁਤ ਵੱਧਦੀਆਂ ਘਟਦੀਆਂ ਰਹਿੰਦੀਆਂ, ਸੋ 2-3 ਚੀਜ਼ਾਂ ਜਿਹੜੀਆਂ ਬਹੁਤੀਆਂ ਵੱਧਦੀਆਂ ਘਟਦੀਆਂ, ਜੇ ਉਹਨਾਂ ਨੂੰ ਕੱਢ ਦਿੰਦੇ ਆ ਤਾਂ ਫਿਰ ਦੇਖਿਆ ਜਾਏਗਾ ਵੀ ਕਿੰਨਾ ਇਨਫਲੇਸ਼ਨ ਹੈ ਜੀ। ਤਾਂ ਉਹ 1.5% ਹੈ। ਅਤੇ ਇਹਦਾ ਕਾਰਨ ਹੈ ਜਿਹੜਾ, ਇਹ ਬਹੁਤਾ ਕਾਰਨ ਵੱਡਾ ਹੈਗਾ ਗੈਸ ਪ੍ਰਾਈਸਿਸ ਵਧਣ ਦਾ, ਕਾਰ ਪ੍ਰਾਈਸਿਸ ਵਧਣ ਦਾ, ਅਤੇ ਡਿਜੀਟਲ ਟੈਕਨੋਲੋਜੀ ਦੇ ਜਿਹੜੇ ਗੈਜਟਸ ਹੈ ਉਹਨਾਂ ਦੇ ਵਧਣ ਦਾ ਹੈ। ਰਾਈਟ। ਸੋ ਇਸ ਕਰਕੇ ਹੀ ਵਧਿਆ ਹੈਗਾ। ਫੂਡ ਦੇ ਪ੍ਰਾਈਸ ਹੈ ਜਿਹੜੇ ਥੋੜ੍ਹੇ ਜਿਹੇ ਇਹ ਘਟੇ ਨੇ ਅੱਗੇ। ਫੂਡ ਦੇ ਘਟੇ ਨੇ ਥੋੜ੍ਹੇ ਜਿਹੇ, ਕਿਉਂਕਿ ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਬੜੀ ਬੰਪਰ ਕ੍ਰੌਪ ਹੋਈ ਹੈ। ਅੱਛਾ ਜੀ। ਅਤੇ ਫੂਡ ਜਿਹੜਾ ਡਾਈਵਰਟ ਵੀ ਹੋ ਰਿਹਾ ਸੀਗਾ ਕੋਵਿਡ ਕਰਕੇ, ਸਰਕਾਰ ਖਰੀਦ ਰਹੀ ਸੀ ਜਾਂ ਹੋਰ ਕਿਸੇ ਕੰਟਰੀਜ਼ ਨੂੰ ਭੇਜਿਆ ਜਾ ਰਿਹਾ ਸੀਗਾ, ਉਹ ਮੇਰਾ ਖਿਆਲ ਨੋਰਮਲਾਈਜੇਸ਼ਨ ਹੋ ਗਈ ਹੈ ਫੂਡ ਦੀ ਸਪਲਾਈ ਦੀ। ਸੋ ਇਸ ਕਰਕੇ ਜਿਹੜੇ ਅੰਕੜੇ ਹੈ, ਓਵਰਆਲ 1% ਹੈ। CPI ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਧਿਆ ਹੈਗਾ, ਅਤੇ ਜਿਹੜਾ ਕੈਨੇਡਾ ਦਾ ਟਾਰਗੇਟ ਰੇਟ ਹੈ 2% ਦਾ, ਉਸ ਤੋਂ ਕਾਫੀ ਥੱਲੇ ਹੈ। ਅੱਛਾ, ਹੁਣ ਜੇ ਕੋਰ ਜੇ ਰੇਟ ਜਿਵੇਂ ਤੁਸੀਂ ਕਿਹਾ ਵੀ ਉਹ 1.5% 'ਤੇ ਹੀ ਹੈ, ਉਹ ਵੀ ਈਵਨ 2% ਵਾਲੇ ਟਾਰਗੇਟ ਤੱਕ ਨਹੀਂ ਪਹੁੰਚਦਾ। ਸੋ ਹੁਣ ਇਹਦਾ ਇਕੋਨਮੀ ਵਾਸਤੇ ਪੋਜ਼ੀਟਿਵ ਜਾਂ ਨੈਗੇਟਿਵ ਕੀ ਹੋ ਸਕਦਾ ਜੀ? ਇਹਦਾ ਪੋਜ਼ੀਟਿਵ ਇਹ ਹੈ, ਇੱਕ ਤਾਂ ਗੌਰਮੈਂਟ ਫ੍ਰੀ ਹੈ। ਜਿਹੜੇ ਵੀ ਮੇਜਰਸ ਲੈਣੇ, ਗੌਰਮੈਂਟ ਨੂੰ ਇਹ ਡਰ ਨਹੀਂ ਗਾ, ਸਰਕਾਰ ਨੂੰ ਜਾਂ ਬੈਂਕ ਆਫ ਕੈਨੇਡਾ ਨੂੰ, ਵੀ ਇਨਫਲੇਸ਼ਨ ਹੋ ਜਾਏਗਾ, ਕਿਉਂਕਿ ਇਨਫਲੇਸ਼ਨ ਕੰਟਰੋਲ ਦੇ ਵਿੱਚ ਹੈ ਜੀ। ਅਤੇ ਇਹ ਆਸ ਕੀਤੀ ਜਾਂਦੀ ਹੈ ਵੀ ਸ਼ਾਇਦ ਗੈਸ ਪ੍ਰਾਈਸਿਸ ਵਧਣ ਨਾਲ ਥੋੜ੍ਹਾ ਜਿਹਾ ਹੋਰ ਵੱਧ ਜਾਏ ਇਹ, ਪਰ ਇਹ ਵਰੀਸਮ ਸਿਚੁਏਸ਼ਨ ਕੈਨੇਡਾ ਲਈ ਨਹੀਂ। ਇਸ ਕਰਕੇ ਜਿਹੜੇ ਕੋਵਿਡ ਲਈ ਮੇਜਰਸ ਲੈਣੇ ਨੇ, ਚਾਹੇ ਮਨੀ ਸਪਲਾਈ ਵਧਾਉਣੀ ਹੈ, ਚਾਹੇ ਟੈਕਸ ਬੈਨੀਫਿਟ ਦੇਣੇ ਨੇ, ਜਾਂ ਹੋਰ ਵੀ ਕੋਈ ਵੀ ਪਾਲਿਸੀ ਇੰਸਟਰੂਮੈਂਟ ਗੌਰਮੈਂਟ ਨੇ ਲੈ ਕੇ ਆਉਣਾ, ਸਰਕਾਰ ਨੇ ਲੈ ਕੇ ਆਉਣਾ ਹੈ, ਜਾਂ ਬੈਂਕ ਆਫ ਕੈਨੇਡਾ ਨੇ ਲੈ ਕੇ ਆਉਣਾ ਹੈਗਾ, ਉਹਦੇ ਲਈ ਉਹਨਾਂ ਨੂੰ ਫਰੀਡਮ ਹੈ। ਸੋ ਕੋਵਿਡ ਦੀ ਜਿਹੜੀ ਟੈਕਲ ਕਰਨ ਦੀ ਜਿਹੜੀ ਹੈਗੀ ਸਮਰੱਥਾ ਹੈ ਗੌਰਮੈਂਟ ਦੀ, ਇਹ ਇਨਫਲੇਸ਼ਨ ਕੰਟਰੋਲ ਹੋਵੇ ਤਾਂ ਵੱਧ ਜਾਂਦੀ ਹੈ। ਸੋ ਐਟਲੀਸਟ ਇਹ ਹੈ ਵੀ ਇਨਫਲੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਹਾਲੇ ਕੋਈ ਉਹ ਖਤਰਾ ਨਹੀਂ, ਪਰ ਜਿਹੜੇ ਉਹ ਮੈਜਰਸ ਨੇ, ਜਿਵੇਂ ਆਪਾਂ ਪਹਿਲਾਂ ਵੀ ਕਈ ਸੈਗਮੈਂਟਸ ਵਿੱਚ ਗੱਲ ਕਰ ਚੁੱਕੇ ਹਾਂ, ਵੀ ਜੇ ਡੈਟ ਲੈਵਲ ਵੱਧਦਾ ਜਾਂ ਫਿਰ ਜੇ ਸਰਕਾਰ ਵੱਲੋਂ ਜੇ ਖਰਚੇ ਕੀਤੇ ਜਾਂਦੇ ਨੇ, ਜਿਵੇਂ ਤੁਸੀਂ ਇੱਕ ਗੱਲ ਹਮੇਸ਼ਾ ਬੜੀ ਵਧੀਆ ਦੱਸਦੇ ਹੋ, ਮੇਰੇ ਖਿਆਲ ਉਹਦਾ ਬੰਦੇ ਨੂੰ ਆਪਣੀ ਨਿੱਜੀ ਲਾਈਫ ਦੇ ਵਿੱਚ ਵੀ ਉਹਨੂੰ ਲਾਗੂ ਕਰਨਾ ਚਾਹੀਦਾ ਵੀ ਜਿਹੜਾ ਖਰਚਾ ਕੀਤਾ ਜਾ ਰਿਹਾ, ਇਹਦੇ ਵਿੱਚੋਂ ਐਸੈਟ ਕੁਛ ਪ੍ਰੋਡਿਊਸ ਹੋ ਰਿਹਾ, ਇਹਦੇ ਵਿੱਚੋਂ ਅੱਗੇ ਕੋਈ ਪ੍ਰੋਡਕਟੀਵਿਟੀ ਹੋਏਗੀ। ਵੀ ਜੇ ਖਰਚੇ ਸਾਰੇ ਸਟਿਮੂਲਸ ਵਾਲੇ ਉਸ ਤਰ੍ਹਾਂ ਦੇ ਹੀ ਹੋਏ ਤਾਂ ਉਹਦੇ ਕਰਕੇ ਵੱਖਰੀ ਕਿਸਮ ਦੀਆਂ ਸਮੱਸਿਆਵਾਂ ਜ਼ਰੂਰ ਹੋ ਸਕਦੀਆਂ ਨੇ, ਪਰ ਮਹਿੰਗਾਈ ਦੀ ਦਰ ਦਾ ਬੜੀ ਤੇਜ਼ੀ ਨਾਲ ਵਧਣਾ ਹਾਲੇ ਕੈਨੇਡਾ ਵਾਸਤੇ ਕੋਈ ਬਹੁਤਾ ਵੱਡਾ ਖਤਰਾ ਨਹੀਂ। ਵਿਜੇ, ਹੁਣ ਤੱਕ ਕੋਵਿਡ ਮੈਨੇਜਮੈਂਟ ਚੱਲ ਰਹੀ ਸੀ ਇਕੋਨਮੀ ਦੀ, ਹੁਣ ਸਟਿਮੂਲਸ ਦੇਣਾ ਗਰੋਥ ਵਾਲਾ। ਸੋ ਗਰੋਥ ਵਾਲਾ ਸਟਿਮੂਲਸ ਜਿਹੜਾ ਇਹਨਾਂ ਨੇ ਕਾਫੀ ਮੇਰਾ ਖਿਆਲ ਵੱਡਾ ਪਲਾਨ ਕੀਤਾ ਹੋਇਆ ਹੈਗਾ। ਸੋ ਗੌਰਮੈਂਟ ਉਹਦੇ ਲਈ ਫ੍ਰੀ ਹੈ ਉਹ ਸਟਿਮੂਲਸ ਦੇਣ ਲਈ, ਕਿਉਂਕਿ ਇਨਫਲੇਸ਼ਨ ਦਾ ਜਿਹੜਾ ਟਾਰਗੇਟ ਤੋਂ ਥੱਲੇ ਹੈ ਇਨਫਲੇਸ਼ਨ, 1.5% ਹੈ ਕੋਰ ਇਨਫਲੇਸ਼ਨ ਵੀ, ਓਵਰਆਲ 1% ਹੈ। ਸੋ ਮੇਰੇ ਖਿਆਲ ਦੇ ਵਿੱਚ ਗੌਰਮੈਂਟ ਨੂੰ ਇਸ ਵੇਲੇ ਕੋਈ ਬਹੁਤੀ ਵੱਡੀ ਇਨਫਲੇਸ਼ਨ ਦਾ ਜਿਹੜਾ ਡਰ ਹੁੰਦਾ ਆਮ ਤੌਰ 'ਤੇ, ਵੀ ਜਦੋਂ ਵੀ ਅਸੀਂ ਮਨੀ ਸਪਲਾਈ ਵਧਾਉਂਦੇ ਹਾਂ ਜਾਂ ਕੋਈ ਸਟਿਮੂਲਸ ਦਿੰਦੇ ਹਾਂ ਜਾਂ ਜਿਹੜਾ ਪੈਸਾ ਇੰਜੈਕਟ ਕਰਦੇ ਹਾਂ ਇਕੋਨਮੀ ਦੇ ਵਿੱਚ ਜੀ, ਤਾਂ ਉਦੋਂ ਇਨਫਲੇਸ਼ਨ ਦਾ ਬਹੁਤ ਵੱਡਾ ਡਰ ਹੁੰਦਾ ਹੈ ਜੀ। ਪਰ ਉਹ ਇਨਫਲੇਸ਼ਨ ਨਹੀਂ ਹੋ ਰਿਹਾ ਗਾ, ਇਸ ਕਰਕੇ ਜਿਹੜੀ ਗੌਰਮੈਂਟ ਪਾਲਿਸੀ ਫਾਰਮੂਲੇਸ਼ਨ ਲਈ ਫ੍ਰੀ ਹੈ, ਵੀ ਜਿਹੜੀ ਵੀ ਮਰਜ਼ੀ ਪਾਲਿਸੀ ਉਹ ਲੈ ਆਵੇ, ਉਸ ਵੱਲੋਂ ਉਹਦਾ ਕੋਈ ਡਰ ਨਹੀਂ ਵੀ ਇਨਫਲੇਸ਼ਨ ਹੋਊਗਾ। ਜੇ ਥੋੜ੍ਹਾ ਬਹੁਤਾ ਵੱਧ ਵੀ ਜਾਂਦਾ, 2% ਵੀ ਚਲਿਆ ਜਾਂਦਾ ਹੈਗਾ ਜਾਂ 2.5% ਵੀ ਚਲਿਆ ਜਾਂਦਾ ਹੈ, ਆਫ ਕੋਰਸ ਕਿਰਾਇਆ ਜਦੋਂ ਵੀ ਸਟਿਮੂਲਸ ਦੇਣਾ ਹੈ ਤਾਂ ਇਨਫਲੇਸ਼ਨ ਆਉਣਾ ਹੁੰਦਾ ਹੈ ਜੀ, ਕਿਉਂਕਿ ਪ੍ਰੋਡਕਸ਼ਨ ਇੱਕਦਮ ਨਹੀਂ ਵੱਧਦੀਗੀ। ਰਾਈਟ। ਪ੍ਰੋਡਕਸ਼ਨ ਜਦੋਂ ਵੱਧਦੀ ਹੈ ਫਿਰ ਜਿਹੜਾ ਇਨਫਲੇਸ਼ਨ ਡਾਊਨ ਆ ਜਾਂਦਾ ਹੈਗਾ। ਸੋ ਇਹ ਮੇਰੇ ਖਿਆਲ ਦੇ ਵਿੱਚ ਬੜੀ ਅੱਛੀ ਗੱਲ ਹੈਗੀ ਕੈਨੇਡੀਅਨ ਇਕੋਨਮੀ ਦੇ ਲਈ, ਵੀ ਜਿਹੜਾ ਇਨਫਲੇਸ਼ਨ ਅੰਡਰ ਕੰਟਰੋਲ ਹੈ। ਨਾ ਬੈਂਕ ਆਫ ਕੈਨੇਡਾ 'ਤੇ ਕੋਈ ਪ੍ਰੈਸ਼ਰ ਹੈ, ਨਾ ਗਵਰਨਮੈਂਟ ਆਫ ਕੈਨੇਡਾ 'ਤੇ ਕੋਈ ਪ੍ਰੈਸ਼ਰ ਹੈ ਵੀ ਕੋਈ ਇਸ ਤਰ੍ਹਾਂ ਦੇ ਮੇਜਰਸ ਲਏ ਜਾਣ ਜਿਹਦੇ ਨਾਲ ਸਾਨੂੰ ਸਟਿਮੂਲਸ ਥੱਲੇ ਲਿਆਉਣਾ ਪੈ ਜੇ, ਇਸ ਸਮੇਂ ਦੇ ਵਿੱਚ, ਜਾਂ ਕੋਵਿਡ ਮੈਨੇਜਮੈਂਟ ਦੀਆਂ ਜਿਹੜੀਆਂ ਸਟ੍ਰੈਟਜੀਜ਼ ਨੇ ਉਹਨਾਂ ਨੂੰ ਚੇਂਜ ਕਰਨਾ ਪਵੇ ਜੀ। ਡਾਕਟਰ ਸਾਹਿਬ ਜੀ, ਇਹਦੇ ਬਾਰੇ ਦੇਖੋ ਗੱਲ ਸ਼ੁਰੂ ਕਰੀਏ। ਇਹਦੀਆਂ ਮਿਸਾਲਾਂ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਆਪੋ ਆਪਣੇ ਚੌਗਿਰਦੇ ਦੇ ਵਿੱਚ ਵੀ ਵੇਖਣ ਨੂੰ ਕਾਫੀ ਕੁਝ ਮਿਲਦਾ, ਪਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਜੇ ਪਿਛਲੇ 15-20 ਸਾਲਾਂ ਦੇ ਵਿੱਚ ਸਪੈਸੀਫਿਕਲੀ ਜੇ ਕੈਨੇਡਾ ਦੀ ਵੀ ਗੱਲ ਕਰੀਏ ਤਾਂ ਇੱਥੇ ਜਿਹੜਾ ਉਹ ਡਿਫਰੈਂਸ ਸੀਗਾ, ਉਹ ਫਰਕ ਸੀ ਲੋਕਾਂ ਦੀ ਆਮਦਨ ਦੇ ਪੱਧਰ ਦੇ ਵਿੱਚ, ਉਹ ਹੁਣ ਜ਼ਿਆਦਾ ਹੋਰ ਹਾਈਲਾਈਟ ਹੋ ਕੇ ਸਾਹਮਣੇ ਆਉਣਾ ਸ਼ੁਰੂ ਹੋ ਚੱਲਿਆ? ਬਿਲਕੁਲ ਵਿਜੇ, ਕੈਨੇਡਾ ਦੇ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਹੀ ਜਿਹੜੀ ਇਨਕਮ ਇਨਕੁਐਲਿਟੀ ਹੈ ਬਹੁਤ ਵੱਧ ਰਹੀ ਹੈ। ਇਹ ਬੜਾ ਚਿੰਤਾ ਦਾ ਵਿਸ਼ਾ। ਜਿੰਨੇ ਵੀ ਵੱਡੇ ਇਕਾਨੋਮਿਸਟ ਨੇ, ਚਾਹੇ ਉਹ ਨਿਓ ਲਿਬਰਲ ਦੇ ਆ ਜਿਹੜੇ ਕਹਿੰਦੇ ਸੀ ਵੀ ਇਨਕਮ ਇਨਕੁਐਲਿਟੀ ਦਾ ਕੋਈ ਖਤਰਾ ਹੀ ਨਹੀਂ ਸਾਨੂੰ, ਜਿਹੜੇ ਕਹਿੰਦੇ ਹੁੰਦੇ ਸੀ ਵੀ ਟ੍ਰਿਕਲ ਡਾਊਨ ਇਫੈਕਟ ਹੋ ਜਾਣਾ ਹੈਗਾ, ਵੀ ਜੇ ਕੋਈ ਅਮੀਰ ਵੀ ਹੈ ਤਾਂ ਉਹਨੇ ਲੋਕਾਂ ਨੂੰ ਰੁਜ਼ਗਾਰ ਦੇਣਾ, ਰੁਜ਼ਗਾਰ ਦੇ ਨਾਲ ਵੇਜ ਵੱਧ ਜਾਣੀ ਹੈ, ਵੇਜ ਵਧਣ ਦੇ ਨਾਲ ਸੈਲਰੀਜ਼ ਵੱਧ ਜਾਣੀਆਂ ਹੈਗੀਆਂ, ਅਤੇ ਕੀ ਹੋਊਗਾ ਵੀ ਥੱਲੇ ਤੱਕ ਇਹਦਾ ਇੰਪੈਕਟ ਚਲੇ ਜਾਣਾ ਜੀ। ਪਰ 1980 ਤੋਂ ਬਾਅਦ ਦੇ ਵਿੱਚ, ਖਾਸ ਕਰਕੇ 1990 ਤੋਂ ਸ਼ੁਰੂ ਹੋ ਕੇ ਹੁਣ ਤੱਕ,
ਇਹ ਟ੍ਰਿਕਲ ਡਾਊਨ ਇਫੈਕਟ ਹੈ ਜਿਹੜਾ ਇਹ ਸਾਹਮਣੇ ਨਜ਼ਰ ਨਹੀਂ ਆ ਰਿਹਾ ਹੈਗਾ। ਗਰੋਥ ਹੋ ਰਹੀ ਹੈ, ਇਨਕਮ ਵੱਧ ਰਹੀ ਹੈ, ਪਰ ਉਹਦੀ ਜਿਹੜੀ ਸ਼ੇਅਰਿੰਗ ਹੈ ਉਹ ਵੱਡਿਆਂ ਕੋਲ ਜਾ ਰਹੀ ਹੈ, ਛੋਟਿਆਂ ਕੋਲ ਬਹੁਤ ਘੱਟ ਆ ਰਹੀ ਹੈ। ਜਿਵੇਂ ਡਾਕਟਰ ਸਾਹਿਬ ਪਹਿਲਾਂ ਸੀ ਨਾ ਜਿਹੜਾ ਪੁਰਾਣਾ ਸਿਸਟਮ ਜੇ ਵੇਖੀਏ, ਜਿਹੜਾ ਫਿਊਡਲ ਸੈਟਅਪ ਸੀ, ਵੀ ਜਿਹਦੇ ਕੋਲ ਜ਼ਮੀਨ ਆ, ਉਹ ਜ਼ਮੀਨ ਦਾ ਅਸਾਸਾ ਉਹਨਾਂ ਦੇ ਕੋਲ ਆ, ਉਹਦੇ ਤੋਂ ਉਹ ਰੈਂਟ ਕਲੈਕਟ ਕਰਦੇ ਨੇ। ਸੋ ਐਸੈਟ ਬਹੁਤ ਹੀ ਥੋੜ੍ਹੇ ਲੋਕਾਂ ਕੋਲ, ਜਿਹੜੇ ਰਾਇਲ ਪਰਿਵਾਰ ਹੁੰਦੇ ਸੀ, ਉਹਨਾਂ ਦੇ ਹੱਥਾਂ ਦੇ ਵਿੱਚ ਕੇਂਦਰਿਤ ਸੀ। ਹੁਣ ਉਸ ਤੋਂ ਬਾਅਦ ਮੁੜ ਕੇ ਤੁਹਾਨੂੰ ਲੱਗਦਾ ਨਹੀਂ ਵੀ ਸਿਚੁਏਸ਼ਨ ਉੱਦਾਂ ਦੀ ਬਣ ਗਈ ਵੀ ਹੁਣ ਕੁਝ ਕੰਪਨੀਜ਼ ਨੇ, ਅਸੀਂ ਜੋ ਕੁਝ ਵੀ ਖਰੀਦਣਾ ਹੋਵੇ, ਕੋਈ ਵੀ ਸਮਾਨ ਲੈਣਾ ਹੋਵੇ, ਅਸੀਂ ਉਸੇ ਕੰਪਨੀ ਵੱਲ ਜਾਂਦੇ ਹਾਂ, ਉੱਥੋਂ ਸਮਾਨ ਖਰੀਦਦੇ ਹਾਂ, ਜਾਂ ਕੁਝ ਹੀ ਮੈਨੂਫੈਕਚਰਰਸ ਨੇ ਜਿਹੜੇ ਕਿ ਉਹ ਸਮਾਨ ਪ੍ਰੋਡਿਊਸ ਕਰ ਰਹੇ ਨੇ। ਸੋ ਹੌਲੀ ਹੌਲੀ ਜਿਹੜੀ ਉਹ ਕੌਨਸਨਟ੍ਰੇਸ਼ਨ ਹੈ ਅਲਟੀਮੇਟਲੀ ਰਿਸੋਰਸਿਸ ਦੀ, ਉਹ ਥੋੜ੍ਹੇ ਹੱਥਾਂ ਦੇ ਵਿੱਚ ਫਿਰ ਤੋਂ ਕੇਂਦਰਿਤ ਹੋਣੀ ਸ਼ੁਰੂ ਹੋ ਗਈ। ਬਿਲਕੁਲ ਵਿਜੇ, ਤੁਹਾਡੀ ਗੱਲ ਠੀਕ ਹੈ। ਜਦੋਂ ਪਹਿਲਾਂ ਫਿਊਡਲ ਸਿਸਟਮ ਸੀਗਾ ਤਾਂ ਇੱਕ ਬੜੇ ਵੱਡੇ ਜ਼ਗੀਰਦਾਰ ਹੁੰਦੇ ਸੀ ਜਿਨ੍ਹਾਂ ਕੋਲ ਜ਼ਮੀਨ ਹੁੰਦੀ ਸੀ, ਅਤੇ ਸਰਫ ਕਹਿੰਦੇ ਸੀਗੇ ਜਿਹੜੇ ਉਹਨਾਂ ਦੇ ਹੁੰਦੇ ਸੀ, ਮਜਾਰੇ ਜਿਹਨੂੰ ਕਹਿੰਦੇ ਸੀ ਪੰਜਾਬੀ ਦੇ ਵਿੱਚ, ਮਜਾਰਿਆਂ ਨੂੰ ਜ਼ਮੀਨ ਦਿੰਦੇ ਸੀ, ਉਹਦੇ 'ਚੋਂ ਚਾਹ ਉਹਦਾ ਠੇਕਾ ਲੈਂਦੇ ਸੀ ਜਾਂ ਉਹਦਾ ਸ਼ੇਅਰ ਲੈਂਦੇ ਸੀ। ਸੋ ਮਜਾਰਿਆਂ ਨੂੰ ਬਿਲਕੁਲ ਸਬਸਿਸਟੈਂਸ ਲੈਵਲ ਦੇ ਉੱਤੇ, ਜਿੱਥੇ ਉਹਨਾਂ ਦੀ ਫੈਮਿਲੀ ਨੂੰ ਸਸਟੇਨ ਹੀ ਕਰਨਾ, ਸਿਰਫ ਉਨੀ ਕੁ ਇਨਕਮ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਡੈਮੋਕ੍ਰੇਟਾਈਜ਼ ਹੋਇਆ ਸਾਰਾ ਕੁਛ ਅਤੇ ਫਿਊਡਲਿਜ਼ਮ ਖਤਮ ਕੀਤਾ ਗਿਆ, ਤਾਂ ਉਦੋਂ ਬਾਅਦ ਦੇ ਵਿੱਚ ਬੜੀ ਅੱਛੀ ਵੀ ਗੱਲ ਹੋਈ। 1945 ਤੋਂ ਲੈ ਕੇ ਤਕਰੀਬਨ 1970-75 ਤੱਕ ਜਿਹੜੀ ਇਨਕਮ ਡਿਸਟਰੀਬਿਊਸ਼ਨ ਸੀ ਇਹ ਠੀਕ ਹੋਈ ਜੀ। ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਕਨਸਨਟ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਹੈ। ਇਹਦੇ ਵਿੱਚ ਮੈਂ ਇੱਕ ਤੁਹਾਨੂੰ ਦੋ ਗੱਲਾਂ ਡਿਫਰੈਂਸ਼ੀਏਟ ਕਰਕੇ ਦੱਸਣਾ ਚਾਹੁੰਦਾ ਹਾਂ। ਜਿਹੜਾ ਇੱਕ ਵੈਲਥ ਅਤੇ ਇਨਕਮ, ਇਹ ਬੜਾ ਜ਼ਰੂਰੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਜਿਹੜਾ ਵੈਲਥ ਹੈ ਤੁਹਾਡੇ ਕੋਲ ਐਸੈਟ ਹੈ, ਇਨਕਮ ਹੈ ਜਿਹੜਾ ਉਹ ਤੋਂ ਫਲੋ ਆਉਂਦਾ ਹੈਗਾ। ਤੁਹਾਡੇ ਕੋਲ ਫਰਜ਼ ਕਰੋ ਇੱਕ ਘਰ ਹੈ, ਤੁਸੀਂ ਉਹਨੂੰ ਕਿਰਾਏ 'ਤੇ ਦਿੱਤਾ ਹੈ ਤਾਂ ਤੁਹਾਡੀ ਇਨਕਮ ਆ ਰਹੀ ਹੈ ਉੱਥੋਂ। ਉਹ ਘਰ ਤੁਸੀਂ ਕਿਰਾਏ 'ਤੇ ਨਹੀਂ ਦਿੱਤਾ ਤਾਂ ਉਹ ਇੱਕ ਤੁਹਾਡਾ ਐਸੈਟ ਹੈਗਾ ਜੀ। ਸੋਨਾ ਤੁਹਾਡੇ ਕੋਲ ਘਰ ਪਿਆ, ਉਹ ਵੈਲਥ ਹੈ, ਉਹ ਤੋਂ ਇਨਕਮ ਨਹੀਂ ਕੋਈ ਹੋ ਰਹੀ ਜੀ। ਇਨਕਮ ਉਦੋਂ ਹੋਣੀ ਹੈ ਜਦੋਂ ਤੁਸੀਂ ਉਹਨੂੰ ਵੇਚੋਗੇ, ਜਿਹੜਾ ਉਹਦਾ ਪ੍ਰੋਫਿਟ ਹੋਣਾ ਉਹ ਇਨਕਮ ਹੋਣੀ ਹੈ। ਰਾਈਟ। ਸੋ ਜਿਹੜਾ ਸਟਾਕ ਹੈ ਉਹ ਵੈਲਥ ਹੈ, ਇਨਕਮ ਹੈ ਜਿਹੜੀ ਉਹਦਾ ਫਲੋ ਹੈ ਜੀ। ਹੁਣ ਵੈਲਥ ਵੀ ਵੱਧ ਰਹੀ ਹੈ ਥੋੜ੍ਹੇ ਜਿਹੇ ਹੱਥਾਂ 'ਚ, ਅਤੇ ਇਨਕਮ ਵੀ ਵੱਧ ਰਹੀ ਹੈ। ਮਤਲਬ ਜਿਹੜੀ ਉਹਨਾਂ ਦੀਆਂ ਇਨਵੈਸਟਮੈਂਟਸ ਨੇ ਉਹ ਉਹਨਾਂ ਵਾਸਤੇ ਹੋਰ ਜ਼ਿਆਦਾ ਵੈਲਿਊ ਗੇਨ ਕਰ ਰਹੀਆਂ ਨੇ, ਅਤੇ ਨਾਲ ਦੀ ਨਾਲ ਇਨਕਮ ਵੀ ਕੌਨਸਟੈਂਟਲੀ ਪ੍ਰੋਡਿਊਸ ਕਰ ਰਹੀਆਂ ਨੇ। ਹਾਂ, ਉਹ ਵੈਲਥ ਥੋੜ੍ਹੇ ਜਿਹੇ ਹੱਥਾਂ 'ਚ ਇਕੱਠੀ ਹੋ ਰਹੀ ਹੈ। ਮੈਂ ਤੁਹਾਨੂੰ ਕੈਨੇਡਾ ਅਤੇ ਇੰਡੀਆ ਦੇ ਦੋਨਾਂ ਦੇ ਅੰਕੜੇ ਦੇ ਸਕਦਾ ਹੈਗਾ ਜੀ। ਕੈਨੇਡਾ ਦੇ ਵਿੱਚ ਜਿਹੜੇ ਟੌਪ 10% ਹੈ, ਉਹਨਾਂ ਕੋਲ 40% ਕੈਨੇਡਾ ਦੀ ਟੋਟਲ ਇਨਕਮ ਆ ਰਹੀ ਹੈ। ਟੌਪ 10% ਕੋਲ 40% ਇਨਕਮ ਆ ਰਹੀ ਹੈ, ਅਤੇ ਜਿਹੜੇ ਬਾਟਮ 50% ਨੇ ਉਹਨਾਂ ਕੋਲ 18% ਆ ਰਹੀ ਹੈ ਸਿਰਫ। ਸੋ ਤੁਸੀਂ ਇਨਇਕੁਐਲਿਟੀ ਦੇਖ ਲਓ ਕਿੰਨੀ ਹੈ। ਅਤੇ ਜਿਹੜੇ ਸਭ ਤੋਂ ਉਸ ਤੋਂ ਵੱਡੀ ਗੱਲ ਹੈ ਵੀ ਟੌਪ 1% ਕੋਲੇ ਜਿਹੜੇ ਹੈਗੇ ਕੈਨੇਡਾ ਦੇ ਵਿੱਚ 16% ਇਨਕਮ ਹੈ। ਅੱਛਾ ਜੀ। ਟੌਪ 1% ਆਰ ਅਰਨਿੰਗ 16% ਆਫ ਟੋਟਲ ਇਨਕਮ। ਇਹ ਜਿਹੜੀ 1970 ਦੇ ਵਿੱਚ 80 ਦੇ ਵਿੱਚ ਸਿਰਫ 9% ਸੀ, ਵੱਧ ਕੇ 16% ਹੋ ਗਈ। ਟੌਪ 1 ਹੈ ਜਿਹੜਾ ਸਭ ਤੋਂ ਵੱਡਾ ਗੇਨਰ ਹੈ ਇਸ ਵੇਲੇ। ਸੋ ਜਿਹੜਾ ਨਿਓ ਲਿਬਰਲਿਜ਼ਮ ਦਾ ਕਨਸੈਪਟ 80s ਦੇ ਵਿੱਚ ਇੰਪਲੀਮੈਂਟ ਕੀਤਾ ਗਿਆ, ਉਹਦਾ ਸਿੱਧਾ ਅਸਰ ਜੇ ਇੱਕ ਲਗਾ ਲਈਏ ਕਿ ਜਿਹੜਾ ਟੌਪ 1% ਸੀ ਉਹਨਾਂ ਦੀ ਆਮਦਨ ਅਤੇ ਉਹਨਾਂ ਦੇ ਅਸਾਸਿਆਂ ਦੀ ਵੈਲਿਊ ਦੇ ਵਿੱਚ ਵਾਧਾ ਹੋਇਆ। ਬਿਲਕੁਲ। ਟੌਪ 10% ਵੀ ਗੇਨਰ ਹੈ, ਪਰ ਟੌਪ 10% ਦੇ ਵਿੱਚੋਂ 1% ਹੈ ਜਿਹੜਾ ਉਹ ਵੱਡਾ ਗੇਨਰ ਹੈ। ਇੱਕ ਥਾਮਸ ਪਿਕਟੀ ਹੈ ਇਕਾਨੋਮਿਸਟ, ਫਰਾਂਸ ਦੇ ਬੜੇ ਵੱਡੇ ਇਕਾਨੋਮਿਸਟ, ਅੱਜ ਕੱਲ੍ਹ ਉਹਨਾਂ ਦਾ ਨਾਂ ਆ ਰਿਹਾ ਹੈਗਾ। ਉਹਨਾਂ ਨੇ 80 ਦੇਸ਼ਾਂ ਦੀ ਸਟੱਡੀ ਕਰਕੇ ਕੱਢਿਆ ਵੀ ਟੌਪ 10% ਵੱਧ ਰਿਹਾ, ਟੌਪ 10% ਦੇ ਵਿੱਚ 1% ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਵੱਧ ਰਿਹਾ। ਅੱਛਾ, ਹੁਣ ਇੱਕ ਗੱਲ ਇਹ ਹੈ ਜੀ, ਜੇ ਫਰਦਰ ਜੇ ਪਿਛਲੇ 20 ਸਾਲਾਂ 'ਚ ਦੇਖੀਏ ਜਾਂ ਪਿਛਲੇ 30 ਸਾਲਾਂ 'ਚ ਵੇਖੀਏ, ਆਮਦਨ ਦੇ ਵਿਚਲਾ ਪਾੜਾ ਵੱਧ ਰਿਹਾ, ਪਰ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ, ਜਿਸ ਤਰ੍ਹਾਂ ਦੀਆਂ ਸੁਵਿਧਾਵਾਂ ਲੋਕ ਹੁਣ ਮਾਣ ਰਹੇ ਨੇ, ਉਹਦੇ ਵਿੱਚ ਬਹੁਤ ਵੱਡਾ ਫਰਕ ਪਿਆ। ਲੋਕ ਹੁਣ ਬਿਹਤਰ ਚੀਜ਼ਾਂ ਅਫੋਰਡ ਕਰ ਸਕਦੇ ਨੇ, ਪਰ ਉਹ ਅਫੋਰਡੇਬਿਲਿਟੀ ਦਾ ਇੱਕ ਬਹੁਤ ਵੱਡਾ ਰੀਜ਼ਨ ਕਿਤੇ ਉਹ ਫਾਈਨੈਂਸ਼ੀਅਲ ਇੰਜੀਨੀਅਰਿੰਗ ਵਾਲੀ ਗੱਲ ਆ ਵੀ ਤੰਤਰ ਇੱਕ ਅਜਿਹਾ ਵਿਛਾਇਆ ਗਿਆ ਜਿਹਦੇ ਨਾਲ ਕਿ ਲੋਕੀ ਹੁਣ ਲੱਗਦਾ ਕਿ ਤੁਸੀਂ ਅਫੋਰਡ ਕਰ ਸਕਦੇ ਹੋ, ਪਰ ਅਸਲ ਦੇ ਵਿੱਚ ਉਹ ਸਾਰਾ ਕੁਝ ਕਿਸ਼ਤਾਂ 'ਤੇ ਚੱਲਦਾ ਪਿਆ। ਮੈਨੂੰ ਪਤਾ ਤੁਸੀਂ ਕੱਲ੍ਹ ਇੱਕ ਐਗਜ਼ਾਮਪਲ ਸਮਝਾ ਰਹੇ ਸੀ, ਬੜੀ ਵਧੀਆ ਐਗਜ਼ਾਮਪਲ ਹੈ ਡਾਕਟਰ ਸਾਹਿਬ, ਉਹ ਜੇ ਪਲੀਜ਼ ਉਹਦੇ ਬਾਰੇ ਦੱਸ ਸਕੋ। ਉਹ ਵਿਜੇ ਇਸ ਤਰ੍ਹਾਂ ਗੱਲ ਹੈ, ਜਦੋਂ ਆਪਣੀ ਕੋਈ ਵੀ ਇਨਕਮ ਆਉਂਦੀ ਹੈ, ਫਰਜ਼ ਕਰੋ ਹੁਣ ਮੇਰੇ ਤੁਹਾਡੇ ਵਰਗਾ ਬੰਦਾ ਜਿਹੜਾ ਸੈਲਰੀ ਵਾਲਾ ਹੈਗਾ, ਤਾਂ ਸਾਡਾ 80-90% ਇਨਕਮ ਹੈ ਜਿਹੜੀ ਆਪਣੀ ਖਰਚ ਕਰ ਦਿੰਦੇ ਹਾਂ। ਮੌਰਟਗੇਜ ਪੇ ਕਰਨੀ ਹੈ, ਫੂਡ ਖਰੀਦਣਾ ਹੈ, ਜਾਂ ਕੱਪੜੇ ਖਰੀਦਣੇ ਹੈ, ਜਾਂ ਹੋਰ ਕੁਝ ਵੀ ਖਰੀਦਣਾ ਹੈ, 20% ਸੇਵ ਕਰ ਲਾਂਗੇ ਅਸੀਂ ਮੈਕਸੀਮਮ ਜੀ। ਤਾਂ ਜੇ ਸਾਡੀ ਇਨਕਮ ਵੱਧਦੀ ਹੈ ਤਾਂ ਅਸੀਂ ਥੋੜ੍ਹਾ ਬਹੁਤਾ ਵਧਾ ਲਾਂਗੇ, 20 ਤੋਂ 21% ਕਰ ਲਾਂਗੇ ਸੇਵਿੰਗ ਹੈ ਜਿਹੜੀ ਉਹਦੀ, ਅਤੇ ਅਸੀਂ ਬੈਂਕ ਜਮ੍ਹਾਂ ਕਰਾ ਦਿਆਂਗੇ ਜਾਂ ਆਪਣੀਆਂ ਮੌਰਟਗੇਜ ਪੇ ਕਰ ਦਿਆਂਗੇ ਉਹਦੇ ਨਾਲ, ਸੇਵਿੰਗ ਦੇ ਨਾਲ। ਉਹ ਮੌਰਟਗੇਜ ਕੀ ਹੈ, ਅਸੀਂ ਲੈਂਦੇ ਹਾਂ ਉਸ ਫਿਊਚਰ ਸੇਵਿੰਗ 'ਚੋਂ ਪੇ ਕਰ ਰਹੇ ਹਾਂ, ਉਹਦੀਆਂ ਤਾਂ ਸੇਵਿੰਗ ਹੀ ਹੈ ਨਾ। ਸੋ ਅਸੀਂ ਪਹਿਲਾਂ ਹੀ ਸਾਰਾ ਕੁਝ ਲਿਆ ਹੁੰਦਾ, ਅਸੀਂ ਹੌਲੀ ਹੌਲੀ ਉਹਨੂੰ ਪੇ ਕਰੀ ਜਾਂਦੇ ਹਾਂ। ਪਰ ਜਿਹੜਾ ਇਨਵੈਸਟਰ ਹੈ, ਵੱਡਾ ਇਨਵੈਸਟਰ ਹੈ, ਜਿਹੜਾ ਬਿਗ ਇਨਵੈਸਟਰ ਹੈ, ਜੇ ਉਹਦੇ ਕੋਲ ਪ੍ਰੋਫਿਟ ਵਧਣ ਲੱਗ ਜਾਂਦਾ ਹੈਗਾ, ਫਰਜ਼ ਕਰੋ ਇਨਕਮ ਉਹਦੇ ਕੋਲ ਪਹਿਲਾਂ 100 ਮਿਲੀਅਨ ਸੀ, ਹੁਣ ਉਹਦੇ ਕੋਲ 200 ਮਿਲੀਅਨ ਹੋ ਗਈ, ਰਾਈਟ। ਉਹ ਜਿਹੜਾ ਐਡੀਸ਼ਨਲ 100 ਮਿਲੀਅਨ ਉਹਨੇ ਇਨਵੈਸਟ ਕਰਨਾ, ਉਹਦੇ ਨਾਲ ਪੈਦਾ ਕਰਨੀ ਹੈ ਚੀਜ਼। ਸੋ ਲੈਟਸ ਸੇ ਕਿ ਜੇ ਆਮ ਬੰਦੇ ਦੀ
ਆਮਦਨ ਮੰਨ ਲਓ ਵੀ 5000 ਕਮਾਉਣ ਵਾਲੇ ਦੀ ਆਮਦਨ 10,000 ਹੋ ਗਈ, ਜਿਹੜੀਆਂ ਉਹਦੀਆਂ ਬੁਨਿਆਦੀ ਜ਼ਰੂਰਤਾਂ ਨੇ ਉਹ ਸੋਚੂਗਾ ਕੁਝ ਹੋਰ ਬਿਹਤਰ ਕਰ ਲਈਏ, ਹੁਣ ਘਰ ਵੱਡਾ ਲੈ ਲਈਏ, ਵੱਡੀ ਕਾਰ ਲੈ ਲਈਏ, ਕੱਪੜੇ ਇੱਦਾਂ ਦੇ ਲੈ ਲਈਏ, ਫੋਨ ਨਵਾਂ ਲੈ ਲਈਏ, ਕੁਝ ਵੀ, ਬੱਚੇ ਨੂੰ ਕਿਤੇ ਹਾਈ ਪੇਇੰਗ ਸਕੂਲ ਦੇ ਵਿੱਚ ਪੜ੍ਹਾ ਲੂਗਾ। ਕਰੈਕਟ। ਹਾਂਜੀ। ਸੋ ਜਿਹੜੀ ਤੁਹਾਡੀ ਐਕਸਟਰਾ ਇਨਕਮ ਬਣੀ ਉਹਦੇ ਵਿੱਚੋਂ ਫਰਦਰ ਤੁਸੀਂ ਉਹ ਖਰਚਿਆਂ ਦੇ ਵਿੱਚ ਆਪਣਾ ਸਟੈਂਡਰਡ ਆਫ ਲਿਵਿੰਗ ਹੋਰ ਇੰਪਰੂਵ ਕਰਨ ਵਾਸਤੇ ਉਹਨੂੰ ਖਰਚ ਲਿਆ। ਹਾਂਜੀ। ਜਿਹੜਾ ਬੰਦਾ ਲੈਟਸ ਸੇ ਆਲਰੇਡੀ ਮਹੀਨੇ ਦਾ $2 ਲੱਖ ਕਮਾਉਂਦਾ, ਉਹ ਆਲਰੇਡੀ ਵਧੀਆ ਘਰ ਕਾਰ ਸਾਰਾ ਕੁਝ ਉਹਨੇ ਆਪਣੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰ ਲਈਆਂ, 2 ਲੱਖ ਵਾਲੇ ਦੀ ਆਮਦਨ ਵੱਧ ਕੇ 4 ਲੱਖ ਹੋ ਗਈ। ਹੁਣ ਉਹ ਸ਼ਾਇਦ ਆਪਣਾ ਖਰਚਾ ਡਬਲ ਨਹੀਂ ਕਰੇਗਾ, ਜਿਹੜਾ ਉਹਦੇ ਕੋਲ ਬਾਕੀ ਪੈਸਾ ਬਚ ਗਿਆ ਉਹ ਹੁਣ ਇਨਵੈਸਟਮੈਂਟ ਵਾਲੇ ਪਾਸੇ ਚਲਾ ਜਾਏਗਾ। ਵੀ ਉਹਦੇ ਦੋ ਹੈਗੇ, ਇੱਕ ਤਾਂ ਵੇਸਟਫੁਲ ਐਕਸਪੈਂਡੀਚਰ ਜਿਹਨੂੰ ਕਹਿੰਦੇ ਨੇ, ਰਾਈਟ, ਵੀ ਉਹ ਉਸਦੇ ਉੱਤੇ ਉਹਦੇ ਜਿਹੜਾ ਗੁਲਸ਼ਰੇ ਉਡਾ ਸਕਦਾ ਹੈ ਉਹ ਗੁਲਸ਼ਰੇ ਉਡਾਉਣ ਨੂੰ ਇਹ ਕਹਿੰਦੇ ਆ ਵੀ ਇਹ ਇਕੋਨਮੀ ਦੇ ਵਿੱਚ ਇਕੋਨੋਮਿਸਟ ਨੂੰ ਹੋਰ ਢੰਗ ਨਾਲ ਸੋਚਦਾ ਹੈ। ਵੇਸਟਫੁਲ ਐਕਸਪੈਂਡੀਚਰ ਹੈ ਜਿਹੜਾ ਉਹ ਤੁਹਾਡੀ ਕਪੈਸਿਟੀ ਕ੍ਰੀਏਟ ਨਹੀਂ ਕਰ ਰਿਹਾ ਦੇਸ਼ ਦੀ, ਜਾਂ ਉਹ ਜਿਹੜੇ ਜਿੱਥੇ ਕੋਈ ਜੌਬ ਕ੍ਰੀਏਟ ਹੋ ਸਕਦੀ ਹੈ। ਦੂਸਰੀ ਇਹਦੇ 'ਚ ਇਹ ਹੈ ਵੀ ਉਹ ਇਨਵੈਸਟਮੈਂਟ ਕਰ ਸਕਦਾ ਹੈ ਜੀ। ਜਦੋਂ ਇਹ ਲਗਾਤਾਰ ਉਹਨਾਂ ਕੋਲ ਪੈਸਾ ਵਧੀ ਜਾਂਦਾ, ਇਨਵੈਸਟਮੈਂਟ ਵਧੀ ਜਾਂਦੀ ਹੈ, ਪ੍ਰੋਡਕਸ਼ਨ ਕਪੈਸਿਟੀ ਵਧੀ ਜਾਂਦੀ ਹੈ, ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ। ਰਾਈਟ। ਪ੍ਰੋਡਕਸ਼ਨ ਜਦੋਂ ਜ਼ਿਆਦਾ ਹੋ ਰਹੀ ਹੈ ਤਾਂ ਉਹਦੀ ਮਾਰਕੀਟ ਹੋ ਨਹੀਂ ਰਹੀ ਉਨੀ, ਉਹ ਗਲਟ ਆ ਜਾਂਦਾ, ਗਲਟ ਸਪਲਾਈ ਦੇ ਵਿੱਚ ਆਉਂਦਾ, ਅਤੇ ਫਿਰ ਉਹ ਰਿਸੈਸ਼ਨਰੀ ਟ੍ਰੈਂਡ ਆਉਂਦਾ ਹੈ। ਉਹਨੂੰ ਰੋਕਣ ਲਈ ਹੁਣ ਕੀ ਕੀਤਾ ਪਿਛਲੇ ਤਕਰੀਬਨ 2001 ਤੋਂ ਲੈ ਕੇ ਜਿਹੜਾ ਸ਼ੁਰੂ ਹੋਇਆ ਹੈ ਜੀ, ਜਿਹਨੂੰ ਕਹਿੰਦੇ ਹੈ ਫਾਈਨੈਂਸ਼ੀਅਲ ਓਪਨਨੈਸ। ਹਾਂ, ਵੀ ਤੁਸੀਂ ਇੰਟਰਸਟ ਰੇਟ ਘਟਾ ਦਿਓ, ਲੋਕਾਂ ਨੂੰ ਪੈਸਾ ਦੇ ਦਿਓ ਤਾਂ ਕਿ ਲੋਕ ਚੀਜ਼ਾਂ ਖਰੀਦਣ। ਜਿਹੜਾ ਆਪਾਂ ਕਹਿੰਦੇ ਨਾ ਸਟੈਂਡਰਡ ਆਫ ਲਿਵਿੰਗ ਹੈ ਜਿਹੜਾ ਵੱਧ ਰਿਹਾ ਹੁਣ, ਉਹ ਵੱਡਾ ਹਿੱਸਾ ਉਹਦਾ ਇੱਕ ਲੋਨ ਦੇ ਵਿੱਚੋਂ, ਕ੍ਰੈਡਿਟ ਦੇ ਵਿੱਚੋਂ ਵੱਧ ਰਿਹਾ। ਸੋ ਜਿਹੜੀ ਉਹਦੀ ਜੇ ਸਟੈਂਡਰਡ ਆਫ ਲਿਵਿੰਗ ਨੂੰ ਜੇ ਗ੍ਰਾਫ ਪੁਆਇੰਟ ਵਜੋਂ ਉਹਦਾ ਪਲਾਟ ਕਰੀਏ, ਜੇ ਉਹਦਾ ਗ੍ਰਾਫ ਉੱਤੇ ਜਾ ਰਿਹਾ ਤਾਂ ਉਹਦੇ ਨਾਲ ਹੀ ਬਿਲਕੁਲ ਪੈਰਲਲ ਜਾਂ ਉਹਦੇ ਬਿਲਕੁਲ ਐਨ ਸਾਈਮਲਟੇਨੀਅਸਲੀ ਕਰਜ਼ੇ ਦਾ ਗ੍ਰਾਫ ਜਾ ਰਿਹਾ। ਦੇਖੋ ਕੈਨੇਡਾ ਦੇ ਵਿੱਚ ਵੀ $23,000 ਜਿਹੜਾ ਪਰ ਹਾਊਸ ਹੋਲਡ ਕਰਜ਼ਾ ਹੈ ਮੌਰਟਗੇਜ ਤੋਂ ਬਾਹਰ ਐਵਰੇਜ। ਅਤੇ ਜਿਹੜੀ ਪਾਪੂਲੇਸ਼ਨ ਹੈ, ਗਰੀਬ ਪਾਪੂਲੇਸ਼ਨ ਹੈ ਜਾਂ ਸੀਨੀਅਰਸ ਨੇ, ਉਹਨਾਂ ਸਿਰ ਬਹੁਤ ਕਰਜ਼ਾ ਹੈ। ਜੇ ਹੁਣ ਅਸੀਂ ਰੇਸ਼ੋ ਦੇਖੀਏ ਜਿਹਨੂੰ ਅਸੀਂ ਕਹਿੰਦੇ ਹਾਂ ਇਨਕਮ ਕ੍ਰੈਡਿਟ ਰੇਸ਼ੋ ਜਿਹੜੀ ਹੈਗੀ ਤੁਹਾਡੀ, ਉਹ 170 ਹੈ। ਸੋ ਹਰ ਡਾਲਰ ਦੀ ਇਨਕਮ ਪਿੱਛੇ, ਡਿਸਪੋਜ਼ੇਬਲ ਇਨਕਮ ਪਿੱਛੇ $1.70 ਤੁਹਾਡੇ ਸਿਰ ਕਰਜ਼ਾ ਹੈ ਜੀ। ਇੱਕ ਸਾਲ ਦੇ ਵਿੱਚ ਤੁਹਾਡੀ $1 ਇਨਕਮ ਹੈ ਜੀ, ਤਾਂ ਤੁਹਾਡਾ ਜਿਹੜਾ ਟੋਟਲ ਕਰਜ਼ਾ ਤੁਹਾਡੇ ਸਿਰ ਹੈ ਮੌਰਟਗੇਜ ਨੂੰ ਕੱਢ ਕੇ $1.70 ਹੈ ਜੀ। ਸੋ ਡਾਕਟਰ ਸਾਹਿਬ ਜੀ ਇਹਨੂੰ ਰੀਕੈਪ ਕਰੀਏ, ਕਿਉਂਕਿ ਇੰਪੋਰਟੈਂਟ ਕਨਸੈਪਟ ਹੈ, ਸਮਝਣਾ ਬੜਾ ਜ਼ਰੂਰੀ ਆ ਵੀ ਜਦੋਂ ਵੱਡੀ ਕੰਪਨੀਆਂ ਕੋਲ ਸੇਵਿੰਗ ਵਧੀ, ਜਦੋਂ ਉਹਨਾਂ ਦੀ ਆਮਦਨ ਵਧੀ, ਉਹਨਾਂ ਨੇ ਆਪਣੀ ਬਿਹਤਰ ਪ੍ਰੋਡਕਸ਼ਨ ਕਪੈਸਿਟੀ ਡਿਵੈਲਪ ਕਰ ਲਈ, ਜ਼ਿਆਦਾ ਐਫੀਸ਼ੀਐਂਟ ਮਸ਼ੀਨਾਂ ਲਗਾ ਲਈਆਂ ਜਾਂ ਹੋਰ ਇਨੋਵੇਸ਼ਨ ਕਰਕੇ ਪ੍ਰੋਡਕਟੀਵਿਟੀ ਵਧਾ ਲਈ। ਜਦੋਂ ਪ੍ਰੋਡਕਟੀਵਿਟੀ ਵਧੀ ਤਾਂ ਸਪਲਾਈ ਵੱਧ ਗਈ। ਹੁਣ ਜੇ ਸਪਲਾਈ ਵਧੀ, ਉਹਦੇ ਦੋ ਇਫੈਕਟ ਹੋਣਗੇ। ਡਿਮਾਂਡ ਜੇ ਉਨੀ ਨਹੀਂ ਹੈ ਤਾਂ ਜਾਂ ਤਾਂ ਪ੍ਰਾਈਸਿਸ ਘਟਣਗੀਆਂ, ਜਾਂ ਜੇ ਪ੍ਰਾਈਸਿਸ ਸਸਟੇਨ ਰੱਖਣੀਆਂ ਨੇ ਤਾਂ ਫਿਰ ਤਰੀਕਾ ਹੈ ਕਿ ਡਿਮਾਂਡ ਮੇਨਟੇਨ ਕੀਤੀ ਜਾਵੇ ਜਾਂ ਉਹਨੂੰ ਫਰਦਰ ਵਧਾਇਆ ਜਾਵੇ। ਲੋਕਾਂ ਦੀ ਜੇ ਆਮਦਨ ਵਧੀ ਨਹੀਂ ਤਾਂ ਡਿਮਾਂਡ ਵਧਾਉਣ ਦਾ ਤਰੀਕਾ ਹੈ ਕਿ ਲੋਕਾਂ ਨੂੰ ਕਰਜ਼ਾ ਸੁਖਾਲਾ ਕਰ ਦਿੱਤਾ ਜਾਵੇ। ਸੋ ਦੈਟਸ ਦਾ ਰੀਜ਼ਨ ਜੇ ਪਿਛਲੇ 20 ਸਾਲਾਂ ਦੇ ਵਿੱਚ ਵਿਆਜ ਦਰਾਂ ਦੀ ਆਪਾਂ ਜੇ ਉਹਦਾ ਵੀ ਗ੍ਰਾਫ ਵੇਖੀਏ ਤਾਂ ਵਿਆਜ ਹੁਣ ਲੋਨ ਲੈਣਾ ਬੜਾ ਸੌਖਾ ਹੋਇਆ ਹਰ ਜਗ੍ਹਾ ਹੀ। ਬਿਲਕੁਲ, ਜਿਹੜੀ ਫਾਈਨੈਂਸ਼ੀਅਲ ਓਪਨਨੈਸ ਹੈ ਉਹ ਇੰਨੀ ਸੌਖੀ ਕੀਤੀ ਹੈ, ਦੁਨੀਆ ਦੇ ਵਿੱਚ ਕੀਤੀ ਜਾ ਰਹੀ ਹੈ। ਦੇਖੋ ਇੰਡੀਆ ਦੇ ਵਿੱਚ ਵੀ ਕਿਸੇ ਵੇਲੇ 15-16% ਰੇਟ ਆਫ ਇੰਟਰਸਟ ਹੁੰਦਾ ਸੀਗਾ, ਹੁਣ 5-6% ਦੇ ਉੱਤੇ ਤੁਹਾਨੂੰ ਜਿਹੜਾ ਕਰਜ਼ਾ ਮਿਲ ਰਿਹਾ ਹੈਗਾ। ਕੈਨੇਡਾ ਦੇ ਵਿੱਚ ਵੀ 8-9% ਹੁੰਦਾ ਸੀ ਕਿਸੇ ਵੇਲੇ, ਹੁਣ 2% ਦੇ ਉੱਤੇ ਆਇਆ ਹੋਇਆ ਹੈਗਾ, ਜਾਂ ਉਸ ਤੋਂ ਵੀ ਥੱਲੇ ਮਿਲ ਰਿਹਾ ਹੈਗਾ ਕਰਜ਼ਾ। ਸੋ ਇਹ ਜਿਹੜਾ ਸਾਰਾ ਵਰਤਾਰਾ ਹੈਗਾ, ਜਿਹੜਾ ਇਹ ਫਰਾਂਸ ਦੇ ਕੇ ਅਤੇ ਕਰਜ਼ੇ ਦੀ ਜਿਹੜੀ ਲੋਕਾਂ ਦੇ ਉੱਪਰ ਜਿਹੜਾ ਵੱਧ ਰਿਹਾ, ਇਹਦੇ ਵਿੱਚ ਵੀ ਜੇ ਇੱਕ ਇਨਵੈਸਟਮੈਂਟ ਹੋਈ ਜਾਵੇ, ਪ੍ਰੋਡਕਸ਼ਨ ਵਧੀ ਜਾਵੇ ਜੀ, ਸਾਨੂੰ ਕੋਈ ਇਤਰਾਜ਼ ਨਹੀਂ, ਉਹਦੇ ਉੱਤੇ ਬੜੀ ਚੰਗੀ ਗੱਲ ਹੈ। ਪਰ ਜੇ ਉਹਦੇ ਨਾਲ ਜੋਬਸ ਕ੍ਰੀਏਟ ਨਹੀਂ ਹੁੰਦੀਆਂ 19% ਤਾਂ ਫਿਰ ਪ੍ਰੋਬਲਮ ਹੈ, ਕਿਉਂਕਿ ਹੁਣ ਟੈਕਨੋਲੋਜੀ, ਲੇਬਰ ਡਿਸਪਲੇਸਿੰਗ ਟੈਕਨੋਲੋਜੀ ਆ ਰਹੀ ਹੈ ਜੀ। ਜੇ ਤਾਂ ਅਸੀਂ ਨਵੀਂ ਟੈਕਨੋਲੋਜੀ ਲਿਆ ਕੇ ਨਵੀਆਂ ਜੋਬਸ ਕ੍ਰੀਏਟ ਹੋ ਲਈਏ, ਜਿਵੇਂ 80s ਦੇ ਵਿੱਚ 80s ਦੇ ਵਿੱਚ ਨਵੀਂ ਟੈਕਨੋਲੋਜੀ ਆਈ ਕੰਪਿਊਟਰ ਸਾਇੰਸ ਦੀ, ਇਨਫੋਰਮੇਸ਼ਨ ਟੈਕਨੋਲੋਜੀ ਦੀ ਜੀ, ਉਹਦੇ ਨਾਲ ਜੋਬਸ ਦਾ ਵੀ ਬਹੁਤ ਅੱਛਾ ਇੱਕ ਬੜੀ ਵਧੀਆ ਜੋਬਸ ਇਹਦੇ ਵਿੱਚ ਵਧੀਆਂ ਜੀ। ਪਰ ਉਸ ਤੋਂ ਬਾਅਦ ਕੀ ਹੈ, ਜਦੋਂ ਕੰਪਿਊਟਰਾਈਜ਼ ਹੋ ਗਿਆ ਟੋਟਲ, ਤਾਂ ਫਿਰ ਜੋਬਸ ਘਟਣੀਆਂ ਸ਼ੁਰੂ ਹੋ ਗਈਆਂ ਇਸ ਟੈਕਨੋਲੋਜੀ ਕਰਕੇ। ਸੋ ਬੜੀਆਂ ਸਟੱਡੀਜ਼ ਆ ਰਹੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜੋਬ ਹੈ, ਡਿਸਪਲੇਸਮੈਂਟ ਕਿਸ ਤਰ੍ਹਾਂ ਹੋਣੀ ਹੈ। ਜੇ ਜੋਬ ਡਿਸਪਲੇਸਮੈਂਟ ਹੁੰਦੀ ਹੈ ਤਾਂ ਲੇਬਰ ਸਪਲਾਈ ਫਿਰ ਜਿਹੜੀ ਹੈਗੀ ਡਿਮਾਂਡ ਤੋਂ ਵੱਧ ਜਾਣੀ ਹੈ, ਫਿਰ ਵੇਜ ਥੱਲੇ ਆ ਜਾਂਦੀ ਹੈ। ਸੋ ਵੇਜ ਥੱਲੇ ਆ ਜਾਂਦੀ ਹੈ ਤਾਂ ਫਿਰ ਖਰੀਦਣ ਵਾਲਾ ਘੱਟ ਰਹਿੰਦਾ ਹੈ। ਸੋ ਇਹ ਇੱਕ ਬੜੀ ਵੱਡੀ ਕੰਟਰਾਡਿਕਸ਼ਨ ਪੈਦਾ ਹੋ ਰਹੀ ਹੈ ਹੁਣ। ਸੋ ਡਾਕਟਰ ਸਾਹਿਬ ਇਹ ਗੱਲ ਹੋਈ ਵੀ ਜਿਹੜਾ ਅਸੀਂ ਲੱਗਦਾ ਵੀ ਇਹ ਮਹਿਲ ਉਸਰਿਆ ਹੋਇਆ ਸਟੈਂਡਰਡ ਆਫ ਲਿਵਿੰਗ ਦਾ, ਇਹ ਤਾਸ਼ ਦੇ ਪੱਤਿਆਂ ਦਾ ਮਹਿਲ ਹੋ ਸਕਦਾ, ਕਿਉਂਕਿ ਲੰਬੇ ਸਮੇਂ ਤੱਕ ਇਹ ਕਿੰਨਾ ਚਿਰ ਸਸਟੇਨ ਰਹਿ ਸਕਦਾ ਵੀ ਡੈਟ ਦਾ ਇਹ ਸਾਈਕਲ ਇੱਦਾਂ ਹੀ ਚੱਲਦਾ ਰਹੇ? ਨਹੀਂ, ਸਾਰਾ ਤਾਂ ਅਸੀਂ ਇਹਨੂੰ ਤਾਸ਼ ਦਾ ਮਹਿਲ ਨਹੀਂ, ਪੱਤਿਆਂ ਦਾ ਮਹਿਲ ਨਹੀਂ ਕਹਿ ਸਕਦੇਗੇ ਜੀ, ਪਰ ਇਹ ਕਾਫੀ ਹੱਦ ਤੱਕ ਠੀਕ ਹੈ। ਦੇਖੋ ਜਿਹੜੀ ਆਪਾਂ ਰੇਸ਼ੋ ਦੀ ਗੱਲ ਕਰ ਰਹੇ ਸੀਗੇ,
8% ਲੋਕਾਂ ਦੀ ਰੇਸ਼ੋ ਹੈ ਜਿਹੜੀ ਉਹ 3.5 ਹੈ। $1 ਪਿੱਛੇ $3.5 ਦਾ ਉਹਨਾਂ ਨੇ ਕਰਜ਼ਾ ਦੇਣਾ ਹੈਗਾ ਜੀ। ਸੋ ਇਹ ਜਿਹੜਾ ਤਾਜ ਦਾ ਮਹਿਲ ਹੈ ਕਾਫੀ ਇੱਕ ਵੱਡੇ ਸੈਕਸ਼ਨ ਆਫ ਪਾਪੂਲੇਸ਼ਨ ਲਈ ਉਸਰਿਆ ਹੋਇਆ ਹੈਗਾ ਤੇ ਇਸ ਨੂੰ ਜਿਹੜਾ ਚੈੱਕ ਕਰਨ ਲਈ ਹੈ ਇਹਦੇ ਲਈ ਪਬਲਿਕ ਪਾਲਿਸੀ ਚਾਹੀਦੀ ਹੈ। ਚੈੱਕ ਕਰਨ ਲਈ ਟੈਕਸ ਵਧਾਉਣੇ ਚਾਹੀਦੇ ਆ ਅਮੀਰਾਂ ਦੇ ਉੱਤੇ। ਇੱਕ ਹੋਰ ਜਿਹੜਾ ਵੱਡਾ ਵਰਤਾਰਾ ਪਿਛਲੇ ਸਮੇਂ ਦੇ ਵਿੱਚ ਹੋਇਆ ਮਰਜਰ ਐਂਡ ਇਕੁਇਜੀਸ਼ਨਸ ਦਾ। ਰਾਈਟ। ਵੀ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਇਕੱਠਾ ਹੋ ਗਿਆ ਉਹਨਾਂ ਨੇ ਛੋਟੀਆਂ ਕੰਪਨੀਆਂ ਨੂੰ ਅਕਵਾਇਰ ਕਰ ਲਿਆ। ਕਰੈਕਟ। ਹਾਂਜੀ। ਛੋਟੀਆਂ ਕੰਪਨੀਆਂ ਨੂੰ ਮਰਜ ਕਰ ਲਿਆ ਆਪਦੇ ਵਿੱਚ। ਮਰਜਰ ਜਾਂ ਅਕਵਾਇਰ ਹੈ ਜਿਹੜਾ ਕਰਨ ਦਾ ਇਹਦੇ ਦੋ ਕਿਸਮ ਦੀ ਹੈ। ਇੱਕ ਤਾਂ ਹੈ ਵਲੰਟੀਅਰ ਵੀ ਤੁਸੀਂ ਆਪ ਹੀ ਮਰਜ ਕਰ ਜਾਂਦੇ ਹੋ। ਇੱਕ ਐਗਰੈਸਿਵ ਮਰਜਰ ਬਹੁਤ ਹੁੰਦੇ ਨੇ, ਉਹਨੂੰ ਹੋਸਟਾਈਲ ਟੇਕ ਓਵਰ ਕਹਿੰਦੇ ਨੇ। ਹੋਸਟਾਈਲ ਟੇਕ ਓਵਰ ਕੀ ਹੈ ਵੀ ਤੁਸੀਂ ਪਹਿਲਾਂ ਹੀ ਪ੍ਰੀਡੇਟਰੀ ਪ੍ਰਾਈਸਿੰਗ ਕਰ ਦਿੰਦੇ ਹੋ ਵੀ ਤੁਸੀਂ ਤੁਹਾਡੇ ਕੋਲ ਪੈਸਾ ਹੈ, ਤੁਹਾਡੇ ਕੋਲ ਸਭ ਕੁਛ ਹੈ, ਤੁਸੀਂ ਪ੍ਰਾਈਸ ਘਟਾ ਸਕਦੇ ਹੋ। ਤੁਸੀਂ ਈਵਨ ਕਾਸਟ ਆਫ ਪ੍ਰੋਡਕਸ਼ਨ ਤੋਂ ਵੀ ਥੱਲੇ ਸੈੱਲ ਕਰ ਸਕਦੇ ਹੋ। ਤੁਸੀਂ ਸੇਲ ਕਰ ਦਿੰਦੇ ਹੋ ਕਾਸਟ ਆਫ ਪ੍ਰੋਡਕਸ਼ਨ ਤੋਂ। ਜਿਹੜੀ ਛੋਟੀ ਕੰਪਨੀ ਹੈ ਉਹ ਸਸਟੇਨ ਨਹੀਂ ਕਰਦੀ, 5-6 ਮਹੀਨੇ ਉਹਨੂੰ ਤੁਸੀਂ ਘਾਟੇ ਦੇ ਵਿੱਚ ਘੱਲਦੇ ਹੋ, ਭੇਜਦੇ ਹੋ, ਤਾਂ ਉਹ ਕੀ ਹੈ ਅਲਟੀਮੇਟਲੀ ਹਥਿਆਰ ਸਿੱਟ ਕੇ ਕਹਿ ਦਿੰਦੇ ਵੀ ਸਾਨੂੰ ਤੁਸੀਂ ਮਰਜ ਕਰ ਲਓ ਜਾਂ ਅਕਵਾਇਰ ਕਰ ਲਓ। ਫਿਰ ਉਹਨੂੰ ਕਹਿੰਦੇ ਵੀ ਤੁਹਾਨੂੰ ਇੰਨੇ ਪੈਸੇ ਦਿੰਦੇ ਆ, ਸਾਨੂੰ ਹੀ ਕੰਪਨੀ ਵੇਚੋ। ਹਾਂ, ਜਾਂ ਤੁਸੀਂ ਉਹਦੇ ਵਿੱਚ ਸ਼ੇਅਰ ਹੋਲਡਰ ਬਣਾ ਲਓ ਉਹਨਾਂ ਨੂੰ। ਜੀ ਜੀ। ਤੁਸੀਂ ਨਾਲ ਹੀ ਮਰਜ ਕਰ ਲਿਆ ਵੀ ਭਾਈ 5% ਸ਼ੇਅਰ ਤੇਰਾ, 95% ਸਾਡਾ, ਮੈਨੇਜਮੈਂਟ ਸਾਡੇ ਕੋਲ ਹੋਊਗੀ। ਰਾਈਟ। ਸੋ ਮਰਜਰ ਵੀ ਹੋ ਸਕਦੇ ਹੈ, ਇਕੁਇਜੀਸ਼ਨ ਵੀ ਹੋ ਸਕਦੇ ਹੈ। ਉਹਦੇ ਕਰਕੇ ਕੇਂਦਰੀਕਰਨ ਹੋ ਗਿਆ, ਮਤਲਬ ਸੈਂਟਰਲਾਈਜੇਸ਼ਨ ਆਫ ਪ੍ਰੋਡਕਸ਼ਨ ਹੋਈ ਜਾ ਰਹੀ ਹੈ ਜਾਂ ਕੁਝ ਏਰੀਆਜ਼ ਦੇ ਵਿੱਚ ਹੀ ਬਹੁਤ ਸਾਰਾ ਸਮਾਨ ਆ ਉੱਥੇ ਪ੍ਰੋਡਿਊਸ ਹੋ ਰਿਹਾ। ਅੱਛਾ ਡਾਕਟਰ ਸਾਹਿਬ, ਹੁਣ ਇਸੇ ਹੀ ਚੀਜ਼ ਦੇ ਨਾਲ ਇੱਕ ਗੱਲ ਜੇ ਹੋਰ ਜੋੜ ਕੇ ਕਰੀਏ, ਹੁਣ ਜੋ ਸਰਕਾਰਾਂ ਨੇ ਇੰਨੇ ਪੈਸੇ ਦਿੱਤੇ, ਹੁਣ ਜੇ ਮੰਨ ਲਓ $600 ਮਿਲੀਅਨ ਇੱਥੇ ICBC ਵਾਲੇ ਅਗਲੇ ਮਹੀਨੇ ਤੋਂ ਪੈਸੇ ਆਉਣੇ ਸ਼ੁਰੂ ਹੋ ਜਾਣੇ ਨੇ। ਹੁਣ ਫਰਦਰ ਜਿਹੜਾ ਉਹ $600 ਮਿਲੀਅਨ ਵੀ ਹੈ ਜਦੋਂ ਜੋ ਸਪੈਂਡ ਹੋਇਆ, ਅਲਟੀਮੇਟਲੀ ਕੀ ਇਹ ਪ੍ਰਜ਼ਿਊਮ ਕਰਨਾ ਸਹੀ ਹੋਏਗਾ ਕਿ ਉਹਨੇ ਵੀ ਫਿਲਟਰ ਹੋ ਕੇ ਕੁਝ ਹੱਥਾਂ ਦੇ ਵਿੱਚ ਜਾ ਕੇ ਕੇਂਦਰਿਤ ਹੋ ਜਾਣਾ? ਚਲੋ ਇਹ ਜਿਹੜਾ ਹੈ ਨਾ ਕੁਛ ਚੀਜ਼ਾਂ ਜਿੱਥੇ ਆਮ ਜਨਤਾ ਦੇ ਸਾਰੇ ਦੇ ਵਿੱਚ ਜਾਣਾ ਹੈਗਾ। ਜੋ ਦੇਖੋ ਸਾਡੇ ਕੋਲ ਕਾਰਾਂ ਹੈਗੀਆਂ ਹਰ ਕੋਲ। ਇੱਥੇ ਕੈਨੇਡਾ ਦੇ ਵਿੱਚ ਤਾਂ ਦੇਖੀਏ ਕਿਸੇ ਘਰ ਕੋਲ 1 ਕਾਰ ਹੈ, 2 ਕਾਰ ਹੈ। ਇਹ ਬੈਨੀਫਿਟ ਥੋੜ੍ਹਾ ਜਿਹਾ ਇਕੁਇਟੇਬਲ ਹੋਣਾ ਹੈਗਾ, ਸਾਰਿਆਂ ਨੂੰ ਮਿਲ ਜਾਣਾ। ਆਫ ਕੋਰਸ ਜਿਹੜੀਆਂ ਵੱਡੀਆਂ ਕੰਪਨੀਆਂ ਹੈ ਜਿਨ੍ਹਾਂ ਕੋਲ ਵੱਡੀਆਂ ਟਰਾਂਸਪੋਰਟਸ ਨੇ ਉਹਨਾਂ ਕੋਲ ਵੱਡਾ ਫਰਕ ਪਊਗਾ। ਦੇਖੋ ਤੁਸੀਂ ਆਪਣੇ ਬ੍ਰਿਜਸ ਦਾ ਟੋਲ ਖਤਮ ਕੀਤਾ ਜੀ, ਤਾਂ ਜਿਹੜੀਆਂ ਵੱਡੀਆਂ ਕੰਪਨੀਆਂ ਜਿਹਦੇ 100 ਟਰੱਕ ਹਰ ਰੋਜ਼ ਉੱਥੋਂ ਪਾਸ ਕਰਨਾ ਉਹਨੂੰ ਜ਼ਿਆਦਾ ਫਾਇਦਾ ਹੋਇਆ, ਦੂਸਰਿਆਂ ਨੂੰ ਘੱਟ ਹੋਇਆ। ਇਹ ਤਾਂ ਹੋਣਾ ਹੀ ਹੈ, ਪਰ ਸਟਿਲ ਇਹ ਫੇਰ ਹੈ ਵੀ ਕਿਉਂਕਿ ਹਰ ਇੱਕ ਕੋਲ ਪਹੁੰਚਣਾ ਇਹ ਥੋੜ੍ਹਾ ਬਹੁਤ ਇਹ ਇਕੁਇਟੇਬਲ ਹੈਗਾ ਜੀ। ਨਹੀਂ, ਮੇਰਾ ਪੁੱਛਣ ਦਾ ਮਕਸਦ ਇਹ ਸੀ, ਮੰਨ ਲਓ 600 ਮਿਲੀਅਨ ਇਕੋਨਮੀ 'ਚ ਆਇਆ, ਜਦੋਂ ਲੋਕਾਂ ਨੇ ਉਹ ਪੈਸੇ ਖਰਚਣੇ ਸ਼ੁਰੂ ਕੀਤੇ, ਸੋ ਅਲਟੀਮੇਟਲੀ ਇਹ ਹੋ ਸਕਦਾ ਵੀ ਕੁਝ ਬਿਜ਼ਨਸਿਸ ਅਜਿਹੇ ਹੋਣਗੇ, ਕੁਝ ਇੰਡਸਟਰੀਜ਼ ਇਹੋ ਜਿਹੀਆਂ ਹੋਣਗੀਆਂ ਜਿੱਥੇ ਲੋਕਾਂ ਦਾ ਝੁਕਾਅ ਜ਼ਿਆਦਾ ਰਹੇਗਾ ਵੀ ਇੱਧਰ ਨੂੰ ਪੈਸੇ ਖਰਚ ਲਈਏ, ਭਾਵੇਂ ਉਹ ਇਲੈਕਟ੍ਰੋਨਿਕ ਗੈਜਟਸ ਹੋਏ ਜਾਂ ਫਿਰ ਲੈਟਸ ਸੇ ਉਹ ਫੂਡ ਆਰਡਰ ਕਰਨ ਵਾਲੀ ਗੱਲ ਹੋਈ ਵੀ ਚਲੋ ਟੇਕ ਆਊਟ ਆਰਡਰ ਕਰ ਲਓ ਵੀ ਜਾਂ $200 ਫਾਲਤੂ ਆ ਗਿਆ। ਸੋ ਅਲਟੀਮੇਟਲੀ ਦੇਰ ਇਜ਼ ਅ ਪੋਸੀਬਿਲਿਟੀ ਕਿ ਉਹ ਪੈਸੇ ਵੀ ਜਿੰਨੇ ਵੀ ਹੋਰ ਬੈਨੀਫਿਟਸ ਆਏ ਨੇ ਉਹ ਫਨਲ ਅਪ ਹੋ ਕੇ ਉਹ ਕਿਸੇ ਕੁਝ ਇੰਡਸਟਰੀਜ਼ ਦੇ ਹੱਥਾਂ ਦੇ ਵਿੱਚ ਜ਼ਿਆਦਾ ਕੌਨਸਨਟਰੇਟ ਹੋ ਜਾਂਦਾ, ਤਾਂ ਹੀ ਉਹਨਾਂ ਦੀ ਸੇਵਿੰਗ ਵੱਧਦੀ ਆ, ਅਤੇ ਇਸੇ ਕਰਕੇ ਜਿਹੜੀ ਉਹ ਕੌਨਸਨਟ੍ਰੇਸ਼ਨ ਆਫ ਵੈਲਥ ਆ ਉਹ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਜੀ। ਦੇਖੋ ਇਹ ਸਰਵਿਸ ਸੈਕਟਰ ਦੇ ਵਿੱਚ ਜਿਸ ਤਰ੍ਹਾਂ ਫੂਡ ਟੇਕ ਆਊਟ ਹੈ, ਇਹ ਤਾਂ ਇੰਪਲੋਇਮੈਂਟ ਵੀ ਜਨਰੇਟ ਕਰਦੇ ਨੇ ਸਾਰੀ ਨਾਲ। ਇਹਨਾਂ ਕੋਲ ਪੈਸਾ ਚਲਾ ਜਾਵੇ ਤਾਂ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਤੁਸੀਂ ਬਾਹਰੋਂ ਮੰਗਾਉਂਦੇ ਹੋ, ਇੱਕ ਰੈਸਟੋਰੈਂਟ ਖੁੱਲ੍ਹਦਾ ਉਹਦੇ 'ਚ ਇੰਪਲੋਇਮੈਂਟ ਵੀ ਹੁੰਦੀ ਹੈ, ਔਰ ਉਹ ਬਹੁਤਾ ਵੱਡਾ ਵੀ ਨਹੀਂ ਹੁੰਦਾ ਵੀ ਵੱਡੀ ਕੋਈ ਮਲਟੀ ਚੇਨ ਤਾਂ ਵੱਖਰੀ ਗੱਲ ਹੈ, ਪਰ ਐਡੀ ਵੱਡੀ ਵੀ ਨਹੀਂ ਹੁੰਦੇ ਉਹ ਵੀ ਉਹਨਾਂ ਨੂੰ ਕੋਈ ਇੱਕ ਬਹੁਤ ਕੰਸਨਟ੍ਰੇਸ਼ਨ ਹੋ ਜੇ ਇਹਦੇ ਨਾਲ। ਹਾਂ, ਪਰ ਜੇ ਤੁਸੀਂ ਗੈਜਟ ਵੱਲ ਜਾਂ ਕਾਰਾਂ ਵੱਲ ਜਾਂ ਇਹਨਾਂ ਚੀਜ਼ਾਂ ਵੱਲ ਵੱਡਿਆਂ ਵੱਲ ਜਾਂਦਾ ਹੈਗਾ ਤਾਂ ਫਿਰ ਉਹਦੇ ਨਾਲ ਕੰਸਨਟ੍ਰੇਸ਼ਨ ਜ਼ਰੂਰ ਹੁੰਦੀ ਹੈ। ਅੱਛਾ, ਪੈਂਡੈਮਿਕ ਨੇ ਜਿਹੜਾ ਇਨਕਮ ਡਿਸਪੈਰਿਟੀ ਆ ਜਾਂ ਇਨਇਕੁਐਲਿਟੀ ਆ, ਇਹਦੇ ਉੱਪਰ ਕੀ ਅਸਰ ਪਾਇਆ ਜੀ? ਇਹ ਗੱਲ ਹੁਣ ਕਹਿ ਸਕਦੇ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਘਰਾਂ 'ਚ ਬਹਿ ਕੇ ਕੰਮ ਕਰ ਸਕਦੇ ਸੀ, ਉਹਨਾਂ ਦੀ ਆਮਦਨ 'ਚ ਉਹਨਾਂ ਵਿਘਨ ਨਹੀਂ ਪਿਆ ਇਨ ਕੰਪੈਰੀਜ਼ਨ ਟੂ ਦੋਜ਼ ਪੀਪਲ ਜਿਨ੍ਹਾਂ ਨੂੰ ਕਿ ਆਪਣੇ ਕੰਮ 'ਤੇ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਜ਼ਰੂਰੀ ਸੀ। ਸੋ ਉਹਨਾਂ ਵਾਸਤੇ ਉਹ ਜੇ ਕੰਮ 'ਤੇ ਨਹੀਂ ਜਾ ਸਕਦੇ ਸੀ ਬਿਕੋਜ਼ ਆਫ ਕੋਵਿਡ ਐਂਡ ਬਿਕੋਜ਼ ਆਫ ਦ ਸ਼ਟ ਡਾਊਨ, ਉਹਨਾਂ ਦੀ ਆਮਦਨ ਜ਼ਿਆਦਾ ਪ੍ਰਭਾਵਿਤ ਹੋਈ। ਬਿਲਕੁਲ, ਪੈਂਡੈਮਿਕ ਦੇ ਤਾਂ ਬੜੇ ਕਿਸਮ ਦੇ ਪ੍ਰਭਾਵ ਪਏ ਨੇ। ਕੁਝ ਸੈਕਟਰਸ ਨੇ ਜਿਨ੍ਹਾਂ ਦੇ ਵਿੱਚ ਜੋਬਸ ਗਈਆਂ ਨੇ, ਪਰ ਇਹਦੇ ਨਾਲ ਜਿਵੇਂ ਵਿਮਨ ਦੀਆਂ ਜੋਬਸ ਕਾਫੀ ਗਈਆਂ ਨੇ। 112 ਮਿਲੀਅਨ ਵਿਮਨ ਜੋਬਸ ਵਰਲਡ ਓਵਰ ਖਤਮ ਹੋ ਜਾਣੀਆਂ ਪੈਂਡੈਮਿਕ ਦੇ ਨਾਲ। ਜਿਹੜੀ ਰਿਕਵਰੀ ਹੈ ਇਹਦੇ ਉੱਤੇ ਬੜਾ ਲੰਬਾ ਸਮਾਂ ਲੱਗਣਾ ਹੈਗਾ, ਪਰ ਜਿਹੜੀ ਰਿਕਵਰੀ ਸਭ ਤੋਂ ਛੇਤੀ ਹੋਈ ਹੈ ਉਹ ਵੱਡੇ ਬਿਲੀਅਨਰਸ ਦੀ ਹੋਈ ਹੈ। ਉਹ 9 ਮਹੀਨਿਆਂ ਦੇ ਵਿੱਚ ਹੀ ਦੁਬਾਰਾ ਉੱਥੇ ਪਹੁੰਚ ਗਏ ਹੈ ਜਿੱਥੇ ਪਹਿਲਾਂ ਨਿਕਲ ਗਏ ਜੀ, ਤੇ ਦੂਸਰਿਆਂ ਨੂੰ ਪੂਰਾ ਆਪਣਾ ਰਿਕਵਰੀ ਲਈ 3 ਸਾਲ ਲੱਗਣੇ ਨੇ। ਗੀਤਾ ਗੋਪੀਨਾਥ ਨੇ ਇਹ ਕਿਹਾ ਹੈ, 3 ਸਾਲ, ਜਿਹੜੀ ਵਰਲਡ ਬੈਂਕ ਦੀ ਚੀਫ ਇਕਨੋਮਿਸਟ ਹੈ। ਗੀਤਾ ਗੋਪੀਨਾਥ ਦੀ ਇਹ ਨੰਬਰ ਨੇ ਵੀ ਇਹ ਰਿਕਵਰ ਕਰ ਚੁੱਕੇ ਨੇ, ਕਿਉਂਕਿ ਗਵਰਨਮੈਂਟ ਦੇ ਜਿੰਨੇ ਬੈਨੀਫਿਟ ਹੋਏ ਆ ਸਾਰਿਆਂ ਨਾਲੋਂ ਜ਼ਿਆਦਾ ਫਾਇਦਾ ਉਹਨਾਂ ਨੂੰ ਹੋਇਆ। ਜੇ ਹੁਣ ਮੈਂ ਕੈਨੇਡਾ ਦੀ ਵੀ ਤੁਹਾਡੀ ਐਗਜ਼ਾਮਪਲ ਦੇਵਾਂ ਜੀ, ਤਾਂ 44 ਬਿਲੀਅਨਰਸ ਨੇ ਜਿਹੜੇ ਵੱਡੇ ਕਰੋੜਪਤੀ ਅਰਬਪਤੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੀ ਇਨਕਮ ਦੇ ਵਿੱਚ $63 ਬਿਲੀਅਨ ਜਿਹੜੀ ਹੈਗੀ ਵਾਧਾ ਹੋ ਗਿਆ ਪਿਛਲੇ ਸਾਲ ਦੇ ਕੰਪੈਰੇਟਿਵਲੀ ਜੀ। 2020 ਦੇ ਵਿੱਚ 2019 ਦੇ ਮੁਕਾਬਲੇ ਦੇ ਵਿੱਚ
ਤੇ ਜੇ ਆਪਾਂ ਇਸ ਨੂੰ ਵੰਡੀਏ, ਜਿਹੜਾ ਇਹਨੂੰ ਵਾਧਾ ਹੋਇਆ ਜੇ ਟੈਕਸ ਲਾ ਕੇ ਜਾਂ ਕੁਛ ਤਰ੍ਹਾਂ ਕਰੀਏ, ਤਾਂ ਜਿਹੜੇ 3.8 ਜਿਹੜੇ ਮਿਲੀਅਨ ਲੋਕ ਨੇ, ਜਿਹੜੇ ਆਪਾਂ ਲੋ ਇਨਕਮ ਕਹਿ ਰਹੇ ਹਾਂ ਕੈਨੇਡਾ ਦੇ ਵਿੱਚ, ਹਰ ਇੱਕ ਨੂੰ $16,823 ਦਾ ਚੈੱਕ ਦਿੱਤਾ ਜਾ ਸਕਦਾ ਹੈ ਜੀ। ਸੋ ਦੇਖੋ ਕੈਨੇਡਾ ਦੇ ਵਿੱਚ ਵੀ, ਤੇ ਵਰਲਡ ਓਵਰ ਤਾਂ ਬਹੁਤ ਹੀ ਵੱਡੀ ਇਹ ਨੰਬਰ ਚਲਾ ਗਿਆ ਹੈ। ਵਰਲਡ ਓਵਰ ਜੇ ਮੈਂ ਤੁਹਾਨੂੰ ਨੰਬਰ ਦੇਵਾਂ ਤਾਂ $3.9 ਟ੍ਰਿਲੀਅਨ ਹੈ ਜਿਹੜਾ ਅਰਬਪਤੀਆਂ ਕੋਲ ਪੈਸਾ ਚਲਾ ਗਿਆ ਵੱਧ। ਉਹ ਜਿਹੜਾ ਉਹਨਾਂ ਦਾ $9 ਟ੍ਰਿਲੀਅਨ ਦੀ ਉਹਨਾਂ ਦੀ ਜਿਹੜੀ ਸੀ ਨੈਟਵਰਥ ਸੀ, ਉਹ ਵੱਧ ਕੇ $12 ਟ੍ਰਿਲੀਅਨ ਦੀ ਹੋ ਚੁੱਕੀ ਹੈ ਜੀ। ਸੋ ਡਾਕਟਰ ਸਾਹਿਬ, ਇਹੀ ਜਿਹੜੀ ਇਨਕਮ ਇਨਇਕੁਐਲਿਟੀ ਆ, ਹੁਣ ਫਰਦਰ ਫਿਊਚਰ ਦੇ ਵਿੱਚ ਇਹਨੂੰ ਰੋਕਣ ਵਾਸਤੇ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਇੱਥੇ ਹੁਣ ਗਵਰਨਮੈਂਟ ਪਾਲਿਸੀ ਅਤੇ ਹਰ ਮੁਲਕ ਦੇ ਵਿੱਚ ਵੱਖੋ ਵੱਖਰੀ ਪ੍ਰੋਡਕਸ਼ਨ ਕਪੈਸਿਟੀ ਹੋਣੀ ਬੜੀ ਜ਼ਰੂਰੀ ਆ। ਨਹੀਂ ਤਾਂ ਜਿਹੜਾ ਸਟੈਂਡਰਡ ਆਫ ਲਿਵਿੰਗ ਵਾਧਾ ਸਾਨੂੰ ਦਿਸਦਾ, ਉਹ ਕਰਜ਼ੇ ਦੇ ਸਿਰ 'ਤੇ ਟਿਕਿਆ ਹੋਇਆ। ਨਹੀਂ, ਇਹਦੇ ਵਿੱਚ 3-4 ਚੀਜ਼ਾਂ ਕਰਨ ਵਾਲੀਆਂ ਨੇ। ਇੱਕ ਤਾਂ ਜਿਹੜੇ ਅਮੀਰ ਲੋਕ ਆ, ਉਹਨਾਂ ਦੇ ਉੱਪਰ ਟੈਕਸ ਲਾਉਣ ਦੀ ਬੜੀ ਲੋੜ ਹੈ। ਉਹਨਾਂ ਨੇ ਟੈਕਸ ਦੇ ਵਿੱਚ ਇਹ ਨਹੀਂ ਵੀ ਟੈਕਸ ਰੇਟ ਆਪਾਂ ਸੋਚ ਲੈਂਦੇ ਹਾਂ ਵੀ ਦੇਖੋ ਇੰਨੀ ਇਨਕਮ ਹੋ ਗਈ ਤਾਂ ਵੱਧ ਰਿਹਾ। ਉਹਨਾਂ ਦੇ ਵਿੱਚ ਇੰਨੀਆਂ ਲੂਪ ਹੋਲਸ ਕ੍ਰੀਏਟ ਕੀਤੀਆਂ ਹੋਈਆਂ ਨੇ, ਜਿਸ ਤਰ੍ਹਾਂ ਡੋਨਾਲਡ ਟਰੰਪ ਨੇ ਕਿ ਟੈਕਸ ਪੇ ਹੀ ਨਹੀਂ ਕੀਤਾ। ਐਡਾ ਵੱਡਾ ਦੇਖੋ ਉਹਨਾਂ ਕੋਲੇ ਉਹਨਾਂ ਦੀ ਨੈਟਵਰਥ ਹੈ, ਟੈਕਸ ਨਾ ਪੇ ਕਰਨਾ। ਇੱਕ ਤਾਂ ਇਹ ਹੈ। ਦੂਸਰਾ ਇਹ ਹੈ, ਗੀਤਾ ਗੋਪੀਨਾਥ ਨੇ ਇੱਕ ਨਵਾਂ ਐਤਕੀ ਫਿਰ ਕਨਸੈਪਟ ਦਿੱਤਾ ਵੀ ਸਾਰੇ ਜਿਹੜੇ ਵੱਡੇ ਲੋਕ ਨੇ, ਪੈਂਡੈਮਿਕ ਕਰਕੇ ਇੱਕ ਸੋਲੀਡੈਰਿਟੀ ਟੈਕਸ ਉਹਨਾਂ ਨੇ ਕਿਹਾ ਹੈ ਵੀ ਸੋਲੀਡੈਰਿਟੀ ਟੈਕਸ ਹੈ ਜਿਹੜਾ ਇਹ ਪੇ ਕੀਤਾ ਜਾਵੇ ਜੀ। ਸਾਰੇ ਲੋਕ ਵਲੰਟਰਲੀ ਇਸ ਨੂੰ ਪੇ ਕਰਨ। ਸੋਲੀਡੈਰਿਟੀ ਟੈਕਸ ਦੇ ਨਾਲ ਜਿਹੜਾ ਪੈਂਡੈਮਿਕ ਨੂੰ ਰੋਕਣ ਲਈ ਜਾਂ ਜਿਹੜੇ ਇਹਦੇ ਲਾਸ ਹੋਏ ਆ, ਇਹ ਖਤਮ ਕੀਤੇ ਜਾਣ। ਪਰ ਪ੍ਰੋਬਲਮ ਇੱਥੇ ਆ ਜਾਂਦੀ ਹੈ ਵੀ ਤੀਸਰੀ ਗੱਲ ਜਿਹੜੀ ਮੈਂ ਉਹ ਵੀ ਦੱਸਣੀ ਚਾਹੁੰਦਾ ਵੀ ਟੈਕਨੋਲੋਜੀ ਦਾ ਵੀ ਥੋੜ੍ਹਾ ਜਿਹਾ ਦੇਖਣਾ ਪੈਣਾ। ਟੈਕਨੋਲੋਜੀ, ਲੇਬਰ ਡਿਸਪਲੇਸਿੰਗ ਟੈਕਨੋਲੋਜੀ ਅਸੀਂ ਕਿੰਨੀ ਕੁ ਲਿਆ ਸਕਦੇ ਹਾਂ, ਇਸ ਨੂੰ ਚੈੱਕ ਕਰਨਾ ਚਾਹੀਦਾ ਹੈ। ਜੇ ਅਸੀਂ ਹਰ ਜਗ੍ਹਾ ਤੋਂ ਲੇਬਰ ਖਤਮ ਕਰੀ ਜਾਈਏ, ਦੇਖੋ ਤੁਸੀਂ ਆਪਾਂ ਵੱਡੇ ਸਟੋਰਾਂ 'ਚ ਜਾਂਦੇ ਸੀ ਵਿਜੇ ਜੀ, ਅੱਜ ਤੋਂ 10 ਸਾਲ ਪਹਿਲਾਂ ਕਿੰਨੇ ਕਾਊਂਟਰ ਹੁੰਦੇ ਸੀਗੇ, ਹੁਣ ਸੈਲਫ ਪੇਮੈਂਟ ਆ ਗਈ ਜੀ, ਤਾਂ ਕਾਊਂਟਰ ਲਗਾਤਾਰ ਘਟ ਰਿਹਾ। ਮੇਰੇ ਖਿਆਲ ਦੇ ਵਿੱਚ ਜੇ ਆਪਾਂ ਕਿਸੇ ਵੀ ਵੱਡੇ ਫੂਡ ਸਟੋਰ 'ਚ ਲਾਈਏ ਤਾਂ ਇੱਕ ਕਾਊਂਟਰ ਹਰ ਸਾਲ ਘਟ ਜਾਂਦਾ। ਸੋ ਆਟੋਮੇਸ਼ਨ ਨੇ ਉਹ ਜਿਹੜੀਆਂ ਜੌਬਸ ਨੇ ਜੋ ਡਿਸਪਲੇਸ ਹੋ ਰਹੀਆਂ ਨੇ, ਉਹਦੇ ਵਾਸਤੇ ਕੋਈ ਨਾ ਕੋਈ ਪਾਲਿਸੀ ਅਜਿਹੀ ਚਾਹੀਦੀ ਹੈ ਤਾਂ ਕਿ ਉਹ ਜਿਹੜੀ ਲੋਕਾਂ ਦੀ ਇਨਕਮ ਹੈ ਉਹਦੇ ਉੱਪਰ ਇਫੈਕਟ ਨਾ ਪਏ, ਕਿਉਂਕਿ ਜਿਹੜਾ ਉਸ ਸਟੋਰ ਦਾ ਓਨਰ ਹੈ, ਜਿਹੜਾ ਚਲਾਉਣ ਵਾਲਾ, ਉਹਦੀ ਆਮਦਨ ਤਾਂ ਇਫੈਕਟ ਹੋਈ ਨਹੀਂ। ਦੇਖੋ ਉਹਦੇ 'ਚ ਫਿਰ ਡਿਸਟਰੀਬਿਊਸ਼ਨ ਦੀ ਗੱਲ ਆ ਰਹੀ ਹੈ ਵੀ ਜਾਂ ਤਾਂ ਤੁਸੀਂ ਵੇਜ ਰੇਟ ਜਿਹੜਾ ਹੈਗਾ ਮਿਨੀਮਮ ਵੇਜ ਰੇਟ ਵਧਾ ਕੇ ਤੇ 4 ਡੇ ਵੀਕ ਕਰ ਦਿਓ ਤਾਂ ਕਿ ਅਨਪਲਾਇਮੈਂਟ ਐਟਲੀਸਟ ਇਹ ਨਾ ਹੋਵੇ ਨਾ। ਇੱਕ ਤਾਂ ਬਿਲਕੁਲ ਅਨਪਲਾਈਡ ਹੈ, ਇੱਕ 6 ਦਿਨ ਕੰਮ ਕਰ ਰਿਹਾ ਹੈਗਾ ਜੀ, ਜਿਵੇਂ ਕਈ ਥਾਵਾਂ 'ਤੇ ਸੋਚਿਆ ਜਾ ਰਿਹਾ ਵੀ 4 ਡੇ ਵੀਕ ਵੀ ਕੀਤਾ ਜਾਵੇ, 4 ਦਿਨ ਲੋਕ ਕੰਮ ਕਰਨ, ਉਹਦੇ ਨਾਲ ਥੋੜ੍ਹੀ ਜਿਹੀ ਡਿਸਟਰੀਬਿਊਸ਼ਨ ਹੈ ਜਿਹੜੀ ਠੀਕ ਹੋ ਜੂਗੀ ਜੀ। ਸੋ ਲੋਕਾਂ ਨੂੰ ਉਹਦੇ ਜੋਬ ਵੀ ਮਿਲਦੀਆਂ ਨੇ। ਇਹ ਕਈ ਚੀਜ਼ਾਂ ਹੈ ਜਿਹੜੀਆਂ ਕਰਨ ਵਾਲੀਆਂ ਨੇ, ਪਰ ਪ੍ਰੋਬਲਮ ਆ ਰਹੀ ਹੈ ਇਹ ਵੀ ਜਿਹੜੀ ਇਕਨੋਮਿਕ ਪਾਵਰ ਹੈ, ਇਕਨੋਮਿਕ ਕੰਸਨਟ੍ਰੇਸ਼ਨ ਹੈ ਜਿਹੜੀ, ਜਾਂ ਫਾਈਨੈਂਸ਼ੀਅਲ ਕੰਸਨਟ੍ਰੇਸ਼ਨ ਹੈ, ਉਹ ਪੋਲੀਟੀਕਲ ਪਾਵਰ ਦੇ ਵਿੱਚ ਵੀ ਤਬਦੀਲ ਹੋ ਰਹੀ ਹੈ ਜੀ। ਉਹ ਥਰੂ ਲੌਬੀਇੰਗ ਜਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਕਿਸੇ ਤਰ੍ਹਾਂ ਕਰਕੇ ਜਿਹੜੇ ਵੀ ਪਾਲਿਸੀ ਮੇਜਰਸ ਉਹਨਾਂ ਨੂੰ ਹਿੱਟ ਕਰਦੇ ਨੇ ਜਾਂ ਉਹਨਾਂ ਦੇ ਉਲਟ ਜਾਂਦੇ ਨੇ, ਜਾਂ ਡਿਸਟਰੀਬਿਊਸ਼ਨ ਹੈ ਜਿਹੜੀ ਇਨਕਮ ਦੀ ਠੀਕ ਕਰਦੇ ਨੇ, ਉਹ ਉਸ ਤਰ੍ਹਾਂ ਦੀ ਪਾਲਿਸੀ ਲਿਆਉਣ ਨਹੀਂ ਦੇ ਰਹੇ ਜੀ। ਹੁਣ ਤਾਂ ਜਿਹੜੀ ਗੱਲ ਆਪਾਂ ਨਿਊ ਲਿਬਰਲ ਇਕਨੋਮਿਸਟ ਜਿਹੜੇ ਕਹਿੰਦੇ ਹੁੰਦੇ ਸੀ ਵੀ ਕੋਈ ਲੋੜ ਹੀ ਨਹੀਂ ਇਨਕਮ ਇਨਕੁਐਲਿਟੀ ਨੂੰ ਚੈੱਕ ਕਰਨ ਦੀ, ਆਪੇ ਹੀ ਚੈੱਕ ਹੋ ਜਾਣੀਆਂ ਨੇ, ਉਹ ਵੀ ਇਸ ਗੱਲ ਦੇ ਉੱਤੇ ਆ ਗਏ ਹੈ ਵੀ ਨਹੀਂ, ਸਾਨੂੰ ਪਾਲਿਸੀ ਲਿਆਉਣ ਦੀ ਲੋੜ ਹੈ। ਪਹਿਲੀ ਵਾਰ ਵਰਲਡ ਬੈਂਕ ਦਾ ਚੀਫ ਇਕਨੋਮਿਸਟ ਕਹਿ ਰਿਹਾ ਹੈਗਾ। ਉਹਨਾਂ ਨੇ ਇੱਕ ਹੋਰ ਨੰਬਰ ਦਿੱਤਾ ਵਿਜੇ, ਬੜਾ ਇੰਟਰਸਟਿੰਗ ਦਿੱਤਾ ਹੈਗਾ ਉਹਨਾਂ ਨੇ ਜੀ, ਵੀ ਜੇ ਅਸੀਂ ਇਨਕਮ ਡਿਸਟਰੀਬਿਊਸ਼ਨ ਠੀਕ ਕਰ ਲਈਏ ਜੀ, ਤਾਂ ਕੋਵਿਡ ਦਾ ਜਿਹੜਾ ਖਤਰਾ ਹੈ, ਜਿਹੜਾ ਕੋਵਿਡ ਦੇ ਇੰਪੈਕਟ ਨੇ ਜਿਹੜੇ, ਇਹ ਅਸੀਂ 3 ਸਾਲਾਂ ਦੇ ਵਿੱਚ ਸਾਰੀ ਵਰਲਡ ਦੇ ਵਿੱਚੋਂ ਖਤਮ ਕਰ ਸਕਦੇ ਹਾਂ ਜੀ। ਤੇ ਨਹੀਂ, ਇਹਦੇ ਲਈ 10 ਸਾਲ ਲੱਗਣੇ ਸਾਰੀ ਵਰਲਡ ਦੇ ਵਿੱਚੋਂ ਖਤਮ ਕਰਨ ਲਈ। ਜੇ ਅਸੀਂ ਟੈਕਸ ਜਾਂ ਹੋਰ ਪਾਲਿਸੀ ਮੇਜਰਸ ਨਾਲ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਵਿੱਚ ਅੜਿੱਕੇ ਬਹੁਤ ਨੇ ਜੀ। ਸਭ ਤੋਂ ਵਧੀਆ ਹੈ ਜੇ ਸਾਰੇ ਕੰਟਰੀਜ਼ ਇਹ ਇਨਕਮ ਇਨਕੁਐਲਿਟੀ ਨੂੰ ਚੈੱਕ ਕਰ ਲੈਣ, ਤਾਂ ਕੋਵਿਡ ਨੂੰ ਅਸੀਂ 3 ਸਾਲਾਂ ਦੇ ਵਿੱਚ ਜਿਹੜਾ ਕੋਵਿਡ ਦਾ ਇੰਪੈਕਟ ਹੈ, ਇਸ ਤੋਂ ਰਿਵਾਈਵ ਹੋ ਕੇ ਵਾਪਸ ਉਸੇ ਪੋਜੀਸ਼ਨ 'ਤੇ ਆ ਸਕਦੇ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਇਹਦੇ ਇੰਨੀਆਂ ਹੋਰ ਪਰਤਾਂ ਨੇ, ਇੰਨੀਆਂ ਲੇਅਰਸ ਨੇ, ਜਿਹਦੇ ਬਾਰੇ ਗੱਲ ਬਹੁਤ ਹੋਰ ਲੰਮੇ ਸਮੇਂ ਤੱਕ ਚੱਲ ਸਕਦੀ ਆ। ਪਰ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਜੌਬਸ ਡਿਸਪਲੇਸ ਹੋ ਰਹੀਆਂ ਨੇ, ਮੈਨੂੰ ਯਾਦ ਹੈ ਇੱਕ ਬਹੁਤ ਸਮਾਂ ਪਹਿਲਾਂ ਆਪਾਂ ਡਿਸਕਸ਼ਨ ਕਰ ਰਹੇ ਸੀ, ਤੁਸੀਂ ਉਹਦੇ 'ਚ ਇੱਕ ਬਹੁਤ ਰੈਲੇਵੈਂਟ ਅਤੇ ਵਧੀਆ ਪੁਆਇੰਟ ਉਹਦੇ ਦੱਸਿਆ ਸੀ ਵੀ ਜਿਹੜੇ ਈਵਨ ਐਸੈਟਸ ਦੇ ਓਨਰਸ ਨੇ, ਜਿਹੜੇ ਬਿਜ਼ਨਸ ਓਨਰਸ ਨੇ, ਉਹ ਵੀ ਇਹ ਚਾਹੁੰਣਗੇ ਕਿ ਜਿਹੜੇ ਲੋਕਾਂ ਦੀ ਆਮਦਨ ਹੈ ਇਸ ਕਦਰ ਪ੍ਰਭਾਵਿਤ ਨਾ ਹੋ ਜਾਵੇ ਕਿ ਉਹਨਾਂ ਕੋਲ ਉਨੇ ਪੈਸੇ ਵੀ ਨਾ ਰਹਿਣ ਕਿ ਜਿਹੜੇ ਪ੍ਰੋਡਕਟਸ ਉਹ ਪ੍ਰੋਡਿਊਸ ਕਰ ਰਹੇ ਨੇ ਉਹਦੀ ਉਹ ਖਰੀਦ ਹੀ ਨਾ ਸਕਣ। ਵਿਜੇ, ਇੱਕ ਇਹਦੇ ਵਿੱਚ ਨਾ ਜਿਹੜਾ ਮੈਂ ਕਈ ਵਾਰੀ ਅਸੀਂ ਆਪਣੇ ਦੋਸਤਾਂ ਨਾਲ, ਜਿਹੜੇ ਸਾਡੇ ਇਕਨੋਮਿਸਟ ਹੈ, ਉਹਨਾਂ ਨਾਲ ਵੀ ਮੈਂ ਗੱਲ ਕਰਦਾ ਹੁੰਦਾ ਜੀ। ਇੱਕ ਜਿਹੜਾ ਨੈਰੇਟਿਵ ਇਹ ਬਿਲਡ ਕੀਤਾ ਗਿਆ ਵੀ ਬਿਜ਼ਨਸ ਜਿਹੜੇ ਹੈ ਨੇ ਇਹ ਜੌਬਸ ਕ੍ਰੀਏਟ ਕਰਦੇ ਨੇ, ਇਹਨਾਂ ਨੂੰ ਸਪੋਰਟ ਕਰੋ ਤੁਸੀਂ ਸਾਰਾ।
ਆਫਟਰ ਆਲ ਤੁਸੀਂ ਲੇਬਰ ਨੂੰ ਵੀ ਦੇਖੋ, ਲੇਬਰ ਬਿਨਾਂ ਕੋਈ ਚੀਜ਼ ਪ੍ਰੋਡਿਊਸ ਨਹੀਂ ਹੋ ਸਕਦੀ ਗੀ। ਲੇਬਰ ਵੀ ਇੱਕ ਬੇਸਿਕ ਇਨਪੁਟ ਹੈ ਜੀ। ਤੁਸੀਂ ਜਿੰਨੀਆਂ ਮਰਜ਼ੀ ਮਸ਼ੀਨਾਂ ਬਣਾ ਲਓ, ਅਲਟੀਮੇਟਲੀ ਤਾਂ ਲੇਬਰ ਨੇ ਕੰਮ ਕਰਨਾ ਹੈ। ਇਹ ਹੋ ਸਕਦਾ ਹੈਗਾ ਵੀ ਇੱਕ ਮਸ਼ੀਨ ਦੇ ਉੱਪਰ ਜਿੱਥੇ 5 ਕੰਮ ਕਰਦੇ ਸੀ 4 ਕਰਨਾ ਸ਼ੁਰੂ ਕਰ ਦੇਣ, 3 ਕਰਨਾ ਸ਼ੁਰੂ ਕਰ ਤੇ ਦੇਣ। ਲੇਬਰ ਤੁਹਾਡੀ ਕੰਜ਼ਿਊਮਰ ਲੇਬਰ ਤੁਹਾਡੀ ਕੰਜ਼ਿਊਮਰ ਵੀ ਹੈ। ਹਾਂ, ਜਿੰਨਾ ਚਿਰ ਤੁਸੀਂ 95% 96% ਲੋਕ ਆ ਜਿਹੜੇ ਲੇਬਰ ਕਰਦੇ ਆ, ਉਹ ਇੱਕ ਡਿਮਾਂਡ ਸਾਈਡ ਪਾਰਟ ਉਹ ਹੈ ਜੀ। ਸਪਲਾਈ ਸਾਈਡ ਪਾਰਟ ਦੇ ਉੱਤੇ ਸਾਰਾ ਜ਼ੋਰ ਦੇਣਾ ਤੇ ਡਿਮਾਂਡ ਸਾਈਡ ਨੂੰ ਇਗਨੋਰ ਕਰਨਾ, ਇਹ ਇੱਕ ਬੜਾ ਇੰਬੈਲੈਂਸ ਇਕਨੋਮੀ 'ਚ ਕ੍ਰੀਏਟ ਕਰਦਾ ਹੈ। ਖਵਾਹਿਸ਼ਾਂ ਵੀ ਲੋਕਾਂ ਦੀਆਂ ਇੰਨੇ ਮਸ਼ੀਨਾਂ ਦੀਆਂ ਨਹੀਂ ਹੈਗੀਆਂ। ਬਿਲਕੁਲ, ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ।